ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰਪੁਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਗੁਰਪੁਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਮੂਕ ਉਚਰਹਿ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸਦਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਰਬ ਕਲਾ ਭਰਪੂਰ ਪ੍ਰਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਅੰਤਰ ਜਾਮੇ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਰੂਪ ਗਲਾੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਰਬ ਕਲਾ ਭਰਪੂਰ ਪ੍ਰਭ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਆਂ ਸੰਪੰਨ ਜੋ ਪਰਮਾਤਮਾ ਹੈ, ਸਭ ਥਾਵਾਂ ਤੇ ਉਹ ਵਿਆਪਕ ਹੈ, ਪਰਿਪੂਰਵਕ ਹੈ। ਹਰ ਇੱਕ ਕਲਾ ਉਸ ਪਰਮਾਤਮਾ ਦੇ ਸਰੂਪ ਅੰਦਰ ਹੈ। ਜਗਤ ਅੰਦਰ ਸਮੇਂ ਸਮੇਂ ਦੌਰਾਨ ਯੁੱਗਾਂ ਯੁੱਗਾਂ ਦੇ ਅੰਦਰ ਜਿਵੇਂ ਜ਼ਿਕਰ ਆਉਂਦਾ ਹੈ ਕਿ ਸ਼੍ਰੀ ਰਾਮਚੰਦਰ ਜੀ 14 ਕਲਾ ਲੈ ਕੇ ਸੰਸਾਰ ਦੇ ਅੰਦਰ ਜਨਮੇ ਸਨ ਔਰ ਸ਼੍ਰੀ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅੰਦਰ 16 ਕਲਾ ਲੈ ਕਰਕੇ ਆਏ ਸਨ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੇ ਅਨੰਤ ਕਲਾ ਲੈ ਕੇ ਸੰਸਾਰ ਦੇ ਅੰਦਰ ਪ੍ਰਗਟ ਹੋਵਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਸਰਬ ਕਲਾ ਭਰਪੂਰ ਪ੍ਰਭ। ਸਾਰੀਆਂ ਸ਼ਕਤੀਆਂ ਦੇ ਸੰਪੰਨ ਪਰਮਾਤਮਾ ਦਾ ਸਰੂਪ ਹੈ। ਹਰ ਇੱਕ ਸ਼ਕਤੀ ਉਹ ਪਰਮਾਤਮਾ ਦੇ ਸਰੂਪ ਦੇ ਅੰਦਰ ਹੈ। ਕਿਹੜੀ ਸ਼ਕਤੀ ਹੈ ਜੋ ਪਰਮਾਤਮਾ ਦੇ ਸਰੂਪ ਵਿੱਚ ਨਹੀਂ ਹੈ? ਕਿਹੜੀ ਕਲਾ ਹੈ ਜੋ ਪਰਮਾਤਮਾ ਦੇ ਵਿੱਚ ਨਹੀਂ ਹੈ? ਸਭ ਸ਼ਕਤੀਆਂ ਸਭ ਕਲਾ ਦੇ ਸੰਪੰਨ ਪਰਮਾਤਮਾ ਦਾ ਸਰੂਪ ਹੈ। ਲੱਭਾ ਲੱਭ ਸਭ ਸ਼ਕਤੀਆਂ ਦੇ ਨਾਲ ਭਰਿਆ ਪਿਆ ਹੈ, ਫਿਰ ਸਰਬ ਵਿਆਪਕ ਹੈ। ਕਿਹੜੀ ਐਸੀ ਜਗ੍ਹਾ ਹੈ ਜਿਸ ਸਥਾਨ ਤੇ ਉਹ ਵਾਹਿਗੁਰੂ ਜੀ ਦਾ ਸਰੂਪ ਵਿਆਪਕ ਨਹੀਂ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਥਾਵਾਂ ਤੇ ਉਹ ਪਰਮਾਤਮਾ ਦਾ ਸਰੂਪ ਵਿਆਪਕ ਹੈ। ਸਭ ਘਟਾਂ ਘਟਾਂ ਵਿੱਚ ਸੰਸਾਰ ਭਰ ਦੇ ਸਭ ਕੋਨੇ ਕੋਨੇ ਤੇ ਹਰ ਇੱਕ ਜਗ੍ਹਾ ਤੇ ਸਭ ਥਾਵਾਂ ਤੇ ਉਹ ਪਰਮਾਤਮਾ ਵਿਆਪਕ ਹੋ ਰਿਹਾ ਹੈ। ਐਸਾ ਪਰਿਪੂਰਵਕ ਪਰਮਾਤਮਾ ਹੈ। ਬਿਰਥਾ ਜਾਣਨ ਹਾਰ। ਹਜੂਰ ਕਹਿੰਦੇ ਹਰ ਇੱਕ ਜੀਵ ਦੇ ਹਿਰਦੇ ਦੀ ਬਿਰਥਾ ਪੀੜਾ ਨੂੰ ਜਾਣਨ ਹਾਰਾ ਹੈ। ਹਰ ਇੱਕ ਜੀਵ ਦੇ ਬਿਰਥਾ ਨੂੰ ਜਾਣਨ ਵਾਲਾ ਮਹਾਰਾਜ ਸਾਹਿਬ ਜੀ ਦਾ ਫਰਮਾਨ ਆਉਂਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਕੋਈ ਚੰਗਾ ਹੈ ਚਾਹੇ ਮੰਦਾ ਹੈ, ਜਿਹੋ ਜਿਹੇ ਸੁਭਾਅ ਦਾ ਵੀ ਕੋਈ ਭਾਵੇਂ ਜੀਵ ਹੈ, ਉਸ ਭਲੇ ਬੁਰੇ ਦੀ ਪੀੜਾ ਨੂੰ ਪਹਿਚਾਨਣ ਵਾਲਾ ਪਰਮਾਤਮਾ ਆਪ ਹੈ। ਹਰ ਇੱਕ ਜੀਵ ਦੀ ਹਰਕਤ ਨੂੰ, ਹਰ ਇੱਕ ਪੀੜਾ ਨੂੰ ਪਹਿਚਾਨਣ ਵਾਲਾ, ਹਰ ਇੱਕ ਬਿਰਥੀ ਨੂੰ ਉਹ ਪਰਮਾਤਮਾ ਜਾਣਨ ਹਾਰਾ ਹੈ।
ਜਾ ਕੈ ਸਿਮਰਨ ਉਦਰੀਐ। ਸਤਿਗੁਰੂ ਜੀ ਕਹਿੰਦੇ ਹਨ, ਐ ਗੁਰ ਸਿੱਖੋ, ਜਿਸ ਪਰਮਾਤਮਾ ਦੀ ਸਿਮਰਨ ਦੀ ਬਦੌਲਤ ਭਵ ਸਾਗਰ ਤੋਂ ਤਰ ਜਾਈਦਾ ਹੈ। ਨਾਨਕ ਤਿਸ ਬਲਿਹਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਉਸ ਪਰਮਾਤਮਾ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਜਿਸ ਵਾਹਿਗੁਰੂ ਦੀ ਸਿਮਰਨ ਦੀ ਬਦੌਲਤ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਈਦਾ ਹੈ। ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਮਾਤਮਾ ਦਾ ਜੋ ਸਿਮਰਨ ਸਭ ਤੋਂ ਉੱਚਾ ਹੈ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਮਹਾਰਾਜ ਹਜੂਰ ਕਹਿੰਦੇ, ਭਾਵੇਂ ਕਿੰਨੇ ਵੀ ਸੰਸਾਰ ਦੇ ਅੰਦਰ ਪਾਪ ਕਰਮ ਕਰਨ ਵਾਲੇ ਪਾਪੀ ਜੀਵ ਹੈ, ਉਹਨਾਂ ਨੇ ਵੀ ਭਵ ਸਾਗਰ ਤੋਂ ਪਾਰ ਹੋ ਜਾਣਾ ਕੀਤਾ ਹੈ। ਐਸੀ ਮਹਾਨ ਵਾਹਿਗੁਰੂ ਜੀ ਦੇ ਨਾਮ ਦੀ ਸਿਮਰਨ ਦੀ ਸ਼ਕਤੀ ਹੈ। ਮਹਾਰਾਜ ਕਹਿੰਦੇ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਭਵ ਸਾਗਰ ਤੋਂ ਤਰ ਜਾਈਦਾ ਹੈ, ਉਸ ਪਰਮਾਤਮਾ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ। ਬਲ ਹਾਰ ਕੇ, ਮਨ ਬਾਣੀ ਸਰੀਰ ਦਾ ਬਲ ਹਾਰ ਕੇ, ਨਿਮਰਤਾਵਾਨ ਹੋ ਕੇ ਕੁਰਬਾਨ ਜਾਣਾ ਕਰੀਏ। ਅਸ਼ਟਪਦੀ ਟੂਟੀ ਗਾਰਡਨ ਹਾਰ ਗੋਪਾਲ। ਸਾਰੀ ਪ੍ਰਿਥਵੀ ਦਾ ਪਰਵਰਿਸ਼ ਕਰਨ ਵਾਲਾ ਜੋ ਪਰਮਾਤਮਾ ਹੈ, ਉਹ ਟੁੱਟੀ ਨੂੰ ਗੰਢਣ ਵਾਲਾ ਹੈ। ਜਿਸ ਜੀਵ ਦੀ ਚਿਰ ਦੀ ਬਿਰਤੀ ਪਰਮਾਤਮਾ ਦੇ ਨਾਲੋਂ ਟੁੱਟ ਗਈ ਹੈ, ਉਹ ਗੰਢਣ ਵਾਲਾ ਮਹਾਰਾਜ ਕਹਿੰਦੇ ਪਰਮਾਤਮਾ ਆਪ ਹੈ। ਜੇਕਰ ਜਗਿਆਸੂ ਜਨ ਇੱਕ ਚਿੱਤ ਹੋ ਕਰਕੇ ਬੇਨਤੀ ਕਰਦਾ ਹੈ, ਪਰਮਾਤਮਾ ਜੀਵ ਤੇ ਮਿਹਰ ਕਰ ਦਿੰਦਾ ਹੈ, ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਜੀਵ ਦੀ ਟੁੱਟੀ ਹੋਈ ਚਿਰ ਦੀ ਬਿਰਤੀ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਅਥਵਾ ਪ੍ਰਤੱਖ ਵੀ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂਵਾੜੀ ਸਤਿਗੁਰੂ ਜੀ ਨੇ ਟੁੱਟੀ ਹੋਈ ਗੰਢ ਲੈਣਾ ਕੀਤੀ। ਜਦੋਂ ਸਾਧ ਸੰਗਤ ਜੀ ਮੁਕਤਸਰ ਸਾਹਿਬ ਜੀ ਦੀ ਜੰਗ ਹੋਈ ਹੈ ਨਾ, ਗਰੀਬ ਨਵਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਬਚਨ ਕੀਤਾ ਸੀ, ਵਰਦਾਨ ਮੰਗ ਲਓ, ਕੀ ਮੰਗਣਾ ਚਾਹੁੰਦੇ ਹੋ? ਐ ਭਾਈ ਮਹਾਂ ਸਿੰਘ, ਜੋ ਤੇਰੇ ਮਨ ਦੀ ਇੱਛਾ ਹੈ ਮੰਗ ਲੈ। ਹਜੂਰ ਨੇ ਜਿਹੜੇ ਸਾਧ ਸੰਗਤ ਜੀ 40 ਸਿੰਘ ਸਨ, ਜੋ ਮਾਤਾ ਭਾਗ ਕੌਰ ਜੀ ਦੀ ਸਹਿਤ ਇਹ 40 ਸਿੰਘਾਂ ਦਾ ਜਥਾ ਸੀ। ਗਰੀਬ ਨਵਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਭੁੱਲ ਬਖਸ਼ਾਉਣ ਦੇ ਵਾਸਤੇ 30,000 ਜੋ ਵਜ਼ੀਰ ਖਾਨ ਦੀ ਫੌਜ ਚੜ੍ਹ ਕਰਕੇ ਆਏ ਸੀ, ਜਾਲੀ ਦੇ ਨਾਅਰੇ ਲਾਉਂਦੇ ਹੋ ਮਾਰਨ ਦੇ ਵਾਸਤੇ ਆ ਰਹੇ ਸਨ। ਤੇ ਇਹਨਾਂ ਦਾ ਡਟ ਕਰਕੇ ਮੁਕਾਬਲਾ ਕੀਤਾ। ਬੜੀ ਸੂਰਬੀਰਤਾ ਦੇ ਨਾਲ ਦੁਸ਼ਮਣਾਂ ਦੇ ਨਾਲ ਲੜ ਕਰਕੇ ਜੰਗ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਮੈਦਾਨੇ ਜੰਗ ਵਿੱਚ ਪਏ ਹੋ ਜਿਹੜੇ ਬੜੇ ਬਹਾਦਰੀ ਦੇ ਨਾਲ ਸਿੰਘਾਂ ਦੇ ਸਰੀਰ ਸਨ, ਤਿਨਾਂ ਨੂੰ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤੇ, ਇਹ 2,000 ਇਹ 5,000 ਕੋਈ 10,000। ਸਤਿਗੁਰੂ ਜੀ ਨੇ ਐਸੇ ਵਰਦਾਨ ਦਿੱਤੇ। ਭਾਈ ਮਹਾਂ ਸਿੰਘ ਜੀ ਦਾ ਸਰੀਰ ਅਜੇ ਸਹਿਕ ਦਾ ਪਿਆਸ ਸੀ, ਸਰੀਰ ਦੇ ਵਿੱਚ ਪ੍ਰਾਣ ਚੱਲ ਰਹੇ ਸਨ। ਮਹਾਰਾਜ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਲੈ ਕੇ, ਜੋ ਹਜੂਰ ਨੇ ਸੀਸ ਤੇ ਪਲੋਸ ਕਰਕੇ ਬੜੇ ਪਿਆਰ ਦੇ ਨਾਲ ਬਚਨ ਕੀਤਾ, ਭਾਈ ਮਹਾਂ ਸਿੰਘ, ਜੋ ਵੀ ਤੇਰੇ ਮਨ ਦੀ ਇੱਛਾ ਹੈ ਮੰਗ ਲਾ। ਉਮਰ ਵਡੇਰੀ ਕਰ ਦਈਏ, ਹੋਰ ਰਾਜ ਭਾਗ ਦੇ ਦਈਏ, ਜਾਂ ਸਵਰਗਾਂ ਦਾ ਰਾਜ ਦੇ ਦਈਏ, ਜੋ ਵੀ ਤੇਰੇ ਮਨ ਦੀ ਇੱਛਾ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਟੁੱਟੇ ਹੋ ਤਾਂ ਟੁੱਟੀ ਗੰਢ ਲਾਓ। ਮਹਾਰਾਜ ਜੋ ਅਸੀਂ ਬੇਦਾਵਾ ਲਿਖ ਕਰਕੇ ਦਿੱਤਾ ਸੀ, ਕਿਰਪਾ ਕਰਕੇ ਬੇਦਾਵਾ ਪਾੜ ਦੇਵੋ। ਮਹਾਰਾਜ ਇੱਕੋ ਹੀ ਸਾਡੇ ਮਨ ਦੀ ਇੱਛਾ ਹੈ, ਆਪ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਬਣੀ ਰਹੇ। ਮਹਾਰਾਜ ਐਸੀ ਸਾਡੇ ਤੇ ਕਿਰਪਾ ਕਰ ਦੇਵੋ। ਹਜੂਰ ਨੇ ਉਸ ਸਮੇਂ ਬੇਦਾਵਾ ਪਾੜ ਦਿੱਤਾ ਸੀ, ਟੁੱਟੀ ਗੰਢ ਲੈਣਾ ਕੀਤੀ ਔਰ ਬਚਨ ਕੀਤਾ ਸੀ, ਭਾਈ ਮਹਾਂ ਸਿੰਘ ਤੋਂ ਸਾਰੇ ਜਿੰਨੇ ਵੀ ਤੇਰੇ ਇਲਾਕੇ ਦੇ, ਮਾਝੇ ਇਲਾਕੇ ਦੇ ਹੋਰ ਵੀ ਜਿਹੜੇ ਕੋਈ ਸੰਗਤਾਂ ਹਨ, ਸਭ ਦੀ ਟੁੱਟੀ ਗੰਢਾ ਲੈਣਾ ਕੀਤੀ ਹੈ। ਜੋ ਸਾਰੇ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਗਏ ਸਨ, ਗਰੀਬ ਨਵਾਜ ਸਤਿਗੁਰੂ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜਦੇ ਹੈ। ਭਾਈ ਮਹਾਂ ਸਿੰਘ ਜੀ ਦੇ ਸਹਿਤ 40 ਸਿੰਘ, ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀ ਸੀਸ ਦਾ ਬਲੀਦਾਨ ਦੇ ਕਰਕੇ, ਜਿੰਨੇ ਵੀ ਉਹਨਾਂ ਦੇ ਪਰਿਵਾਰ ਵਾਲੇ, ਸੰਗੀ ਸਾਥੀ, ਜਿੰਨੇ ਵੀ ਪੰਚਾਇਤਾਂ ਵਾਲੇ ਲੋਕ ਸਨ, ਜੋ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਗਏ ਸਨ, ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਨਾਲ ਤਿੰਨਾਂ ਨੂੰ ਜੋੜ ਦਿੱਤਾ।
ਇਸ ਕਰਕੇ ਮਹਾਰਾਜ ਕਹਿੰਦੇ ਟੂਟੀ ਗਾਂਢਨ ਹਾਰ ਗੋਪਾਲ, ਪ੍ਰਿਥਵੀ ਪਾਲਕ ਗਰੀਬ ਨਵਾਜ, ਸਤਿਗੁਰੂ ਜੀ ਟੁੱਟੀ ਹੋਈ ਗੰਢਣ ਵਾਲੇ ਹਨ। ਸਿੱਖ ਦੀ ਪ੍ਰੀਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲੋਂ ਟੁੱਟ ਜਾਵੇ, ਗਰੀਬ ਨਵਾਜ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਦਾ ਹੈ। ਮਹਾਰਾਜ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ। ਸਰਬ ਜੀਆ ਆਪੇ ਪ੍ਰਤਪਾਲ, ਸਭ ਜੀਵਾਂ ਦੀ ਪ੍ਰਤਪਾਲਣਾ ਪਰਮੇਸ਼ਰ ਆਪ ਕਰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਜਿਸ ਪਰਮਾਤਮਾ ਦੇ ਮਨ ਵਿੱਚ ਸਭ ਜੀਵਾਂ ਦੀ ਚਿੰਤਾ ਹੈ, ਤਾਂ ਹੀ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੈ। ਮਹਾਰਾਜ ਕਹਿੰਦੇ ਇਹ ਜੀਵ ਤੂੰ ਕਿਉਂ ਚਿੰਤਾ ਕਰਦਾ ਹੈ? ਪਰਮਾਤਮਾ ਨੂੰ ਤੇਰੀ ਚਿੰਤਾ ਹੈ, ਜਿਸ ਨੂੰ 84 ਲੱਖ ਜੂਨਾਂ ਦੀ ਸਾਰੀ ਸ੍ਰਿਸ਼ਟੀ ਦੇ ਪੈਦਾ ਕੀਤੇ ਹੋ ਜੀਵਾਂ ਦੀ। ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਆਪ ਚਿੰਤਾ ਹੈ ਕਿ ਤੇਰੀ ਚਿੰਤਾ ਨਹੀਂ ਹੋਵੇਗੀ, ਤੂੰ ਕਿਹੜਾ ਸ੍ਰਿਸ਼ਟੀ ਤੋਂ ਬਾਹਰ ਰਹਿੰਦਾ? ਸ੍ਰਿਸ਼ਟੀ ਦੇ ਜੀਵਾਂ ਦੇ ਵਿੱਚ ਹੀ ਹੈ, ਇਸ ਕਰਕੇ ਪਰਮਾਤਮਾ ਨੂੰ ਸਭ ਦਾ ਫਿਕਰ ਹੈ। ਇੰਨੀ ਜ਼ਿਆਦਾ ਪਰਮਾਤਮਾ ਨੂੰ ਚਿੰਤਾ, ਜਨਮ ਬਾਅਦ ਵਿੱਚ ਜੀਵ ਦਾ ਹੁੰਦਾ ਆਹਾਰ, ਪਹਿਲਾਂ ਉਹ ਪਰਮਾਤਮਾ ਪੈਦਾ ਕਰ ਦਿੰਦਾ ਹੈ। ਸਰਬਗਰ ਕੀ ਚਿੰਤਾ ਜਿਸ ਮਨ ਮਾਹੇ, ਇਹ ਜੀਵ ਜਿਸ ਵਾਹਿਗੁਰੂ ਦੇ ਮਨ ਵਿੱਚ ਸਭ ਜੀਵਾਂ ਦੀ ਚਿੰਤਾ ਹੈ, ਸਭ ਨੂੰ ਰੋਜੀ ਰੋਟੀ ਦੇਣ ਦਾ ਉਹ ਪਰਮਾਤਮਾ ਨੂੰ ਫਿਕਰ ਹੈ। ਤਿਸ ਤੇ ਬਿਰਥਾ ਕੋਈ ਨਾਹੇ, ਉਸ ਪਰਮਾਤਮਾ ਤੋਂ ਖਾਲੀ ਨਹੀਂ ਕਦੇ ਵੀ ਕੋਈ ਜਾਂਦਾ। ਜੇ ਭਾਵਨਾ ਨਾਲ ਮਹਾਰਾਜ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ ਜਾਵੇ, ਹਜੂਰ ਕਹਿੰਦੇ ਸਤਿਗੁਰੂ ਜੀ ਕਦੇ ਵੀ ਸਿੱਖ ਨੂੰ ਖਾਲੀ ਨਹੀਂ ਮੋੜਦੇ। ਜੇ ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ ਹੈ, ਜਿੰਨੀ ਕੁ ਜ਼ਿਆਦਾ ਸ਼ਰਧਾ ਤੇ ਭਾਵਨਾ ਮਨ ਵਿੱਚ ਹੁੰਦੀ, ਉਨੀ ਮਹਾਰਾਜ ਵੱਡੀ ਬਖਸ਼ਿਸ਼ ਕਰ ਦਿੰਦੇ ਹਨ। ਜੇ ਸ਼ਰਧਾ ਰੂਪ ਝੋਲੀ ਨਹੀਂ ਹੈ ਤੇ ਮਹਾਰਾਜ ਸਾਹਿਬ ਜੀ ਤੋਂ ਦਾਤ ਨਹੀਂ ਕਦੇ ਕੋਈ ਪ੍ਰਾਪਤ ਕਰ ਸਕਦਾ। ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਕੋਈ ਵੀ ਮਾਈ ਭਾਈ ਸਿੱਖ ਸੇਵਕ ਪ੍ਰਾਣਾ ਧਾਰੀ ਜੀਵ ਆ ਜਾਂਦਾ, ਉਸ ਨੂੰ ਕਦੇ ਵੀ ਆਪ ਜੀ ਖਾਲੀ ਨਹੀਂ ਜਾਣ ਦਿੰਦੇ। ਐਸੇ ਮਹਾਰਾਜ ਹਜੂਰ ਕਹਿੰਦੇ ਪਰਮਾਤਮਾ ਦੀ ਸ਼ਰਨ ਲਾਹੇਵੰਦ ਹੈ। ਇਹ ਗੁਰਸਿੱਖ ਪਿਆਰ ਦੇ ਨਾਲ ਵਾਹਿਗੁਰੂ ਦੀ ਸ਼ਰਨ ਧਾਰਨ ਕਰ, ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ, ਜਿਸ ਪ੍ਰਮਾਤਮਾ ਨੂੰ ਸਭ ਜੀਵਾਂ ਦਾ ਚਿੰਤਾ ਹੈ। ਜਲ ਮਹਿ ਜੰਤ ਉਪਾਏ ਕਹਿ ਤਿਨਾ ਪੇ ਰੋਜੀ ਦੇ। ਪਾਣੀ ਵਿੱਚ ਵੀ ਜੀਵ ਪੈਦਾ ਕੀਤੇ, ਉਹਨਾਂ ਨੂੰ ਵੀ ਤਾਂ ਰੋਜੀ ਦਿੰਦਾ ਹੀ ਹੈ ਨਾ। ਮਹਾਰਾਜ ਕਹਿੰਦੇ ਉੱਥੇ ਨਾ ਕੋਈ ਹੱਟ ਚੱਲਦੀ ਹੈ, ਨਾ ਕੋਈ ਵਪਾਰ ਹੁੰਦਾ, ਤੇ ਉਹ ਜੀਵ ਵਿਚਾਰੇ ਕਿੱਥੋਂ ਖੱਟ ਕਮਾਉਂਦੇ ਆ? ਪਰਮਾਤਮਾ ਦਿੰਦਾ ਹੈ। ਪਰਮਾਤਮਾ ਨੇ ਕੋਈ ਨਾ ਕੋਈ ਵਿਧ ਬਣਾਈ ਹੈ, ਕਿਸੇ ਨਾ ਕਿਸੇ ਬਹਾਨੇ ਸਭ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ। ਉਸ ਵਾਹਿਗੁਰੂ ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ। ਰੇ ਮਨ ਮੇਰੇ ਸਦਾ ਹਰ ਜਾਪ, ਇਹ ਮੇਰੇ ਪਿਆਰੇ ਮਨਾ ਸਦਾ ਲਈ ਪਰਮਾਤਮਾ ਦਾ ਜਾਪ ਕਰਿਆ ਕਰ। ਜਿੰਨਾ ਸਮਾਂ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਹੈ, ਇਹ ਮੇਰੇ ਪਿਆਰੇ ਮਨਾ ਜਿੰਨਾ ਚਿਰ ਤੋਂ ਸਰੀਰ ਕਰਕੇ ਸੰਸਾਰ ਦੇ ਅੰਦਰ ਜੀਵਤ ਹੈ, ਪਰਮਾਤਮਾ ਦਾ ਜਾਪ ਕਰਿਆ ਕਰ। ਸਦੀਵੀ ਕਾਲ ਦੀ ਸੱਚਾ ਵਾਹਿਗੁਰੂ ਦੀ ਦਾ ਜਾਪ ਹੈ, ਉਹ ਪਰਮੇਸ਼ਰ ਦਾ ਜਪਣੇ ਯੋਗ ਜਾਪ ਕਰਿਆ ਕਰ। ਅਬਿਨਾਸੀ ਪ੍ਰਭ ਆਪੇ ਆਪ, ਨਾਸ ਤੋਂ ਰਹਿਤ ਪਰਮਾਤਮਾ ਆਪ ਹੀ ਸੱਚਾ ਹੈ। ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਆਪ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪ ਹੀ ਸੱਚਾ ਹੋਵੇਗਾ। ਆਪਨ ਕੀਆ ਕਛੂ ਨਾ ਹੋਏ, ਜੇਕਰ ਇਹ ਜੀਵ ਦਾਵਾ ਕਰੇ ਕਿ ਮੈਂ ਕੁਝ ਕਰ ਸਕਦਾ ਹਾਂ, ਮਹਾਰਾਜ ਕਹਿੰਦੇ ਜੀਵ ਦੀ ਅਗਿਆਨਤਾ ਹੈ। ਜੇਕਰ ਆਪਣੇ ਬਲ ਦੇ ਨਾਲ ਯਤਨ ਵੀ ਕਰਦਾ ਹੈ, ਪਰ ਕੁਝ ਨਹੀਂ ਹੋ ਸਕਦਾ। ਜੋ ਪਰਮੇਸ਼ਰ ਨੂੰ ਭਾਵੇ ਉਹ ਕੁਝ ਹੋਣਾ ਕਰਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪਨ ਕੀਆ ਕਛੂ ਨਾ ਹੋਏ। ਜੇ ਕਿਤੇ ਜੀਵ ਆਪਣਾ ਕੁਝ ਕਹੇ ਕਿ ਮੈਂ ਕਰ ਸਕਦਾ, ਦਾਵਾ ਕਰਦਾ, ਇਹ ਜੀਵ ਬੜੀਆਂ ਭਾਵੇਂ ਡੀਂਗਾ ਮਾਰਦਾ ਰਹਿੰਦਾ, ਮੈਂ ਇਵੇਂ ਕਰ ਦਿੰਦਾ, ਮੈਂ ਇਵੇਂ ਕਰ ਦਿੱਤਾ, ਮੈਂ ਇਵੇਂ ਕਿਸੇ ਤੋਂ ਕਰਵਾ ਦੇਵਾਂਗਾ। ਪਰ ਸਤਿਗੁਰੂ ਜੀ ਕਹਿੰਦੇ ਜੋ ਪਰਮੇਸ਼ਰ ਨੂੰ ਭਾਵੇਗਾ ਉਹ ਕੁਝ ਹੀ ਹੋਵੇਗਾ। ਪਹਿਲਾਂ ਵੀ ਉਸੇ ਤਰ੍ਹਾਂ ਹੁੰਦਾ ਰਿਹਾ ਜਿਵੇਂ ਵਾਹਿਗੁਰੂ ਜੀ ਨੂੰ ਭਾਵਦਾ ਸੀ, ਆਉਣ ਵਾਲੇ ਸਮੇਂ ਵਿੱਚ ਵੀ ਤਿਵੇਂ ਹੋਵੇਗਾ ਜਿਵੇਂ ਪਰਮਾਤਮਾ ਨੂੰ ਭਾਵੇਗਾ।
ਇਸ ਕਰਕੇ ਇਹ ਜੀਵ ਤੂੰ ਕਿਉਂ ਬਾਰ-ਬਾਰ ਡੀਂਗਾ ਮਾਰਦਾ ਰਹਿੰਦਾ ਹੈ। ਜੋ ਪਰਮੇਸ਼ਰ ਨੂੰ ਭਾਵਨ ਵਾਲਾ ਉਹ ਕੁਝ ਹੀ ਹੋਣ ਵਾਲਾ ਹੈ। ਇਹ ਜੀਵ ਐਵੇਂ ਬਾਰ-ਬਾਰ ਕਹਿੰਦਾ ਕਿ ਮੈਂ ਹੀ ਸਭ ਕੁਝ ਕਰਨ ਵਾਲਾ ਹਾਂ। ਜੇ ਸੌ ਪ੍ਰਾਨੀ ਲੋਚੈ ਕੋਏ। ਸਤਿਗੁਰੂ ਜੀ ਕਹਿੰਦੇ ਭਾਵੇਂ ਸੈਂਕੜੇ ਵਾਰ ਕੋਈ ਲੋਚ ਲਵੇ, ਸੈਂਕੜੇ ਵਾਰ ਕੋਈ ਸੋਚ ਕਰਕੇ ਇੱਛਾ ਕਰਕੇ ਯਤਨ ਕਰ ਲਵੇ, ਪਰ ਜੇ ਪਰਮਾਤਮਾ ਨੂੰ ਨਹੀਂ ਭਾਵਦਾ ਤੇ ਉਹ ਕਾਰਜ ਨਹੀਂ ਹੋਣਾ ਕਰਦਾ। ਜੇ ਪਰਮੇਸ਼ਰ ਨੂੰ ਭਾ ਜਾਵੇ ਤੇ ਖਿਨ ਮਾਤਰ ਸਮੇਂ ਵਿੱਚ ਹੀ ਉਹਦੇ ਵਿੱਚ ਸੰਪੂਰਨਤਾ ਪ੍ਰਾਪਤ ਹੋ ਜਾਂਦੀ ਹੈ, ਸਫਲਤਾ ਮਿਲ ਜਾਂਦੀ ਹੈ। ਪਰ ਜੇ ਵਾਹਿਗੁਰੂ ਨੂੰ ਨਹੀਂ ਭਾਵਦਾ, ਮਹਾਰਾਜ ਕਹਿੰਦੇ ਭਾਵੇਂ ਜੀਵ ਜ਼ਿੰਦਗੀ ਪਰ ਯਤਨ ਕਰਦਾ ਰਹੇ ਉਹ ਨਹੀਂ ਪ੍ਰਾਪਤ ਕਰ ਸਕਦਾ। ਜੇਕਰ ਕੋਈ ਦਾਤ ਵੀ ਹੈ ਨਾ, ਮਹਾਰਾਜ ਕਹਿੰਦੇ ਵਿਣ ਕਰਮਾਂ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ। ਭਾਵੇਂ ਭੱਜ ਦੌੜ ਵੀ ਕਰਕੇ ਦੇਖ ਲਵੇ, ਫੇਰ ਵੀ ਕਰਮਾਂ ਤੋਂ ਬਿਨਾਂ ਜੋ ਪਰਮਾਤਮਾ ਨੇ ਪਰਾਰਬਧ ਵਿੱਚ ਦਾਤ ਨਹੀਂ ਲਿਖੀ ਉਹ ਜੀਵ ਨਹੀਂ ਪ੍ਰਾਪਤ ਕਰ ਸਕਦਾ। ਜੇ ਪਰਮਾਤਮਾ ਭਾ ਜਾਵੇ ਤੇ ਮਹਾਰਾਜ ਕਹਿੰਦੇ ਬਿਨਾਂ ਕਰਮਾਂ ਤੋਂ ਵੀ ਜੀਵ ਦੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ। ਜੇ ਪਰਮੇਸ਼ਰ ਨੂੰ ਭਾਵੇ ਤਾਂ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਵੇਂ ਬਾਬਾ ਆਦਮ ਜੀ ਨੂੰ ਆਪਣੀ ਭਗਤੀ ਦੀ ਵੰਸ਼ ਦੇ ਵਿੱਚੋਂ ਪੁੱਤਰ ਦਾ ਵਰਦਾਨ ਬਖਸ਼ਿਸ਼ ਕੀਤਾ ਸੀ, ਭਾਵੇਂ ਕਰਮਾਂ ਦੇ ਵਿੱਚ ਦਾਤ ਨਹੀਂ ਲਿਖੀ ਸੀ, ਪਰ ਮਹਾਰਾਜ ਸਾਹਿਬ ਜੀ ਜਿਸ ਜੀਵ ਤੇ ਤਰੁੱਠ ਜਾਂਦੇ ਉਹਨੂੰ ਦਾਤ ਦੀ ਬਖਸ਼ਿਸ਼ ਕਰ ਦਿੰਦੇ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਜੇ ਸੋ ਪ੍ਰਾਨੀ ਲੋਚਿਆ ਕੋਏ। ਭਾਵੇਂ ਪ੍ਰਾਣਾ ਧਾਰੀ ਜੀਵ ਸੈਂਕੜੇ ਵਾਰ ਲੋਚ ਕਰਕੇ ਦੇਖ ਲਵੇ, ਪਰ ਜੋ ਪਰਮੇਸ਼ਰ ਨੂੰ ਭਾਵਦਾ ਉਵੇਂ ਹੀ ਹੋਣ ਵਾਲਾ ਹੈ। ਤਿਸ ਬਿਨ ਨਾਹੀ ਤੇਰਾ ਕਿਛ ਕਾਮ। ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਮਹਾਰਾਜ ਕਹਿੰਦੇ ਹਨ ਇਸ ਸੰਸਾਰ ਦੇ ਅੰਦਰ ਜਿੰਨੇ ਵੀ ਮਾਇਆ ਦੇ ਕੰਮ ਧੰਦੇ ਹੈ, ਇਹ ਜੀਵ ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਪਰਮਾਤਮਾ ਦੀ ਬੰਦਗੀ ਤੋਂ ਬਿਨਾ, ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਤੋਂ ਬਿਨਾ ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਕਰਮ ਧਰਮ ਕਰਮ ਕਾਂਡ ਕਰਕੇ ਦੇਖ ਲੈ, ਪਰ ਤਿਸ ਬਿਨ ਨਾਹੀ ਤੇਰਾ ਕਿਛ ਕਾਮ। ਉਸ ਵਾਹਿਗੁਰੂ ਦੀ ਯਾਦ ਤੋਂ ਬਿਨਾ ਅੰਤ ਸਮੇਂ ਕੋਈ ਵੀ ਤੇਰੇ ਕੰਮ ਆਉਣ ਵਾਲਾ ਨਹੀਂ ਹੈ। ਗਤ ਨਾਨਕ ਜਪ ਏਕ ਹਰਿ ਨਾਮ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇਹ ਜੀਵ ਮੁਕਤੀ ਤਾਂ ਹੀ ਤੇਰੀ ਹੋਵੇਗੀ ਜੇ ਇੱਕ ਪਰਮੇਸ਼ਰ ਦਾ ਨਾਮ ਜਪੇਗਾ। ਹੋਰ ਜਿੰਨੇ ਮਰਜ਼ੀ ਤਪ ਸਾਧਨਾ ਕਰਕੇ ਦੇਖ ਲੈ, ਪਰ ਵਾਹਿਗੁਰੂ ਦੇ ਭਜਨ ਕੀਤੇ ਬਿਨਾ ਕਦੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇਗਾ। ਰੂਪਵੰਤ ਹੋਏ ਨਾਹੀ ਮੋਹ ਹੈ। ਸਤਿਗੁਰੂ ਜੀ ਕਹਿੰਦੇ ਮਨੁੱਖ ਭਾਵੇਂ ਜਿੰਨਾ ਮਰਜ਼ੀ ਆਪਣੇ ਸਰੂਪ ਨੂੰ ਸੁੰਦਰ ਬਣਾਉਣ ਦਾ ਯਤਨ ਕਰ ਲਵੇ, ਪਰ ਇਹ ਚਮੜੀ ਦੀ ਸੁੰਦਰਤਾ ਦੇਖ ਕੇ ਪ੍ਰਮਾਤਮਾ ਕਦੇ ਪ੍ਰਸੰਨ ਨਹੀਂ ਹੁੰਦਾ। ਕਿਉਂਕਿ ਸਾਧ ਸੰਗਤ ਜੀ ਬੜਾ ਯਤਨ ਕੀਤਾ ਹੈ ਇਹ ਚਮੜੀ ਨੂੰ, ਚੰਮ ਨੂੰ, ਮੁੱਖ ਨੂੰ ਸੁੰਦਰ ਬਣਾਉਣ ਦੇ ਵਾਸਤੇ ਤਰ੍ਹਾਂ ਦੀਆਂ ਕਰੀਮਾਂ ਆਦਿਕ, ਤਰ੍ਹਾਂ ਦੇ ਪਾਊਡਰ ਆਦਿਕ ਲਾਏ ਜਾਂਦੇ ਆ। ਪਰ ਮਹਾਰਾਜ ਹਜੂਰ ਕਹਿੰਦੇ ਉਹ ਪਰਮਾਤਮਾ ਇਹ ਚੰਮ ਨੂੰ ਦੇਖ ਕਰਕੇ ਕਦੇ ਪਸੀਜਦਾ ਨਹੀਂ ਹੈ। ਉਹ ਹਿਰਦੇ ਦੀ ਨਿਰਮਲਤਾ, ਹਿਰਦੇ ਦੀ ਉਜਲਤਾ ਦੇਖ ਕਰਕੇ ਪਰਮਾਤਮਾ ਪ੍ਰਸੰਨ ਹੁੰਦਾ ਹੈ। ਜਿਸ ਹਿਰਦੇ ਅੰਦਰ ਸੱਚਾ ਪਿਆਰ ਹੈ, ਜਿਸ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਸੱਚਾ ਪੂਰਨ ਵਿਸ਼ਵਾਸ ਹੈ, ਮਹਾਰਾਜ ਕਹਿੰਦੇ ਪਰਮਾਤਮਾ ਉਹਨਾਂ ਤੇ ਪਸੀਜਦਾ ਹੈ। ਭਾਵੇਂ ਚੰਗੀ ਕੁਲ ਵੀ ਨਾ ਹੋਵੇ, ਬਹੁਤਾ ਧਨ ਪਦਾਰਥ ਵੀ ਨਾ ਹੋਣ, ਔਰ ਚਿਹਰਾ ਵੀ ਮਹਾਰਾਜ ਕਹਿੰਦੇ ਮੁੱਖ ਵੀ ਭਾਵੇਂ ਉਹਦਾ ਚੰਗਾ ਸੁੰਦਰ ਨਾ ਹੋਵੇ, ਪਰ ਜੇ ਹਿਰਦਾ ਸੁੰਦਰ ਹੈ, ਹਿਰਦੇ ਦੀ ਉਜਲਤਾ ਹੈ, ਹਿਰਦਾ ਨਿਰਮਲ ਹੈ, ਫਿਰ ਪਰਮਾਤਮਾ ਉਹਦੇ ਤੇ ਪ੍ਰਸੰਨ ਹੁੰਦਾ ਹੈ। ਇਹ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਮਰਜ਼ਾਦਾ ਹੈ। ਐਸਾ ਪਰਮਾਤਮਾ ਦਾ ਕੌਤਕ ਹੈ। ਵਾਹਿਗੁਰੂ ਉਸ ਜੀਵ ਤੇ ਪ੍ਰਸੰਨ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਹਨ ਰੂਪਵੰਤ ਹੋਏ ਨਾਹੀ ਮੋਹੈ। ਇਹ ਪ੍ਰਾਣਾ ਧਾਰੀ ਜੀਵ ਸਤਿਗੁਰੂ ਜੀ ਸਿੱਖਿਆ ਵੀ ਦਿੰਦੇ ਆ ਕਿ ਐਵੇਂ ਸੰਸਾਰ ਦੇ ਅੰਦਰ ਜੋ ਸੁੰਦਰ ਸਰੂਪ ਚੰਮ ਦੇਖ ਕਰਕੇ ਕਿਤੇ ਮੋਹਿਤ ਨਾ ਹੋਣਾ ਕਰ। ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ ਜਗਤ ਪਸਾਰਾ। ਐਵੇਂ ਇਹ ਸੂਰਤ ਦੇਖ ਕਰਕੇ ਕਿ ਬੜਾ ਸੁੰਦਰ ਸਰੂਪ ਹੈ, ਸਰੀਰਾਂ ਦੇ ਨਾਲ ਮੋਹ ਕਰਦਾ ਰਹਿੰਦਾ, ਪਰ ਮਹਾਰਾਜ ਕਹਿੰਦੇ ਕਿ ਸਭ ਕੁਝ ਜੋ ਕੁਝ ਵੀ ਸੰਸਾਰ ਦੇ ਅੰਦਰ ਨਜ਼ਰ ਆ ਰਿਹਾ ਨਾ, ਸੰਸਾਰ ਦੇ ਵਿੱਚ ਇਹ ਸਾਰਾ ਮਿਥਿਆ ਹੋਇਆ ਹੈ, ਨਾਸ਼ਵਾਨ ਹੈ, ਸਦਾ ਵਾਸਤੇ ਰਹਿਣ ਵਾਲਾ ਨਹੀਂ ਹੈ।
ਕਿਉਂਕਿ ਕਿੰਨਾ ਕੁ ਸਮਾਂ ਸਾਧ ਸੰਗਤ ਜੀ ਇਹ ਮੁਖ ਦੀ ਸੁੰਦਰਤਾ ਬਣਾ ਕੇ ਰੱਖੀ ਜਾ ਸਕਦੀ ਹੈ। ਕਿੰਨਾ ਕੁ ਸਮਾਂ, ਬਹੁਤ ਜ਼ਿਆਦਾ ਸਮਾਂ ਨਹੀਂ। ਆਖਰਕਾਰ ਸਮੇਂ ਦੇ ਲਿਹਾਜ਼ ਦੇ ਨਾਲ ਜਦੋਂ ਬਿਰਧ ਅਵਸਥਾ ਆਉਂਦੀ ਹੈ, ਫਿਰ ਵੀ ਤਾਂ ਪਤਾ ਲੱਗ ਹੀ ਜਾਂਦਾ ਨਾ ਕਿ ਮੂੰਹ ਤੇ ਝਿਰੜੀਆਂ ਪਈਆਂ ਹੋਈਆਂ, ਇਹਦੀ ਵਡੇਰੀ ਉਮਰ ਹੋ ਗਈ ਹੈ। ਕਈ ਵਾਰ ਆਪਣੇ ਆਪ ਨੂੰ ਸੰਸਾਰ ਦੇ ਲੋਕਾਂ ਨੂੰ ਜਵਾਨੀ ਦੀ ਅਵਸਥਾ ਦਿਖਾਉਣ ਦੇ ਵਾਸਤੇ ਮੂੰਹ ਵੀ ਕਾਲਾ ਕੀਤਾ ਜਾਂਦਾ, ਮੂੰਹ ਤੇ ਦਾੜੀ ਨੂੰ ਕਾਲੀ ਲਾਈ ਜਾਂਦੀ, ਕਾਲਖ ਲਾਈ ਜਾਂਦੀ ਹੈ। ਪਰ ਸਾਧ ਸੰਗਤ ਜੀ ਸਮੇਂ ਦੌਰਾਨ ਪਤਾ ਲੱਗ ਹੀ ਜਾਂਦਾ। ਜੇ ਸਮੇਂ ਬਿਰਧ ਅਵਸਥਾ ਆਉਂਦੀ ਹੈ, ਫਿਰ ਸੁੱਕੀ ਹੀ ਮੂਲੀ ਦੀ ਤਰ੍ਹਾਂ ਫਿਰ ਮੂੰਹ ਬਣ ਜਾਂਦਾ, ਫਿਰ ਪਤਾ ਲੱਗ ਜਾਂਦਾ ਕਿ ਇਹਦੀ ਵਡੇਰੀ ਉਮਰ ਹੋ ਗਈ ਹੈ। ਕਿੰਨਾ ਕੁ ਸਮਾਂ ਆਪਣੇ ਆਪ ਨੂੰ ਕੋਈ ਛੁਪਾ ਕੇ ਰੱਖ ਸਕਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਹਨ, ਰੂਪਵੰਤ ਹੋਏ ਨਾ ਹੀ ਮੋਹੈ, ਇਹ ਪ੍ਰਾਣਾ ਧਾਰੀ ਜੀਵ, ਇਹ ਚਿਹਰੇ ਦੀ ਸੁੰਦਰਤਾ ਦੇਖ ਕਰਕੇ ਕਿਤੇ ਮੋਹ ਤੇ ਨਾ ਹੋਣਾ ਕਰ, ਕਿਉਂਕਿ ਪ੍ਰਮਾਤਮਾ ਹਿਰਦੇ ਦੀ ਨਿਰਮਲਤਾ ਦੇਖਦਾ ਹੈ। ਪ੍ਰਮਾਤਮਾ ਹਿਰਦੇ ਦੀ ਉਜਲਤਾ ਦੇਖ ਕਰਕੇ ਪ੍ਰਸੰਨ ਹੋਣ ਵਾਲਾ ਹੈ। ਪ੍ਰਭ ਕੀ ਜੋਤ ਸਾਗਲ ਘਟ ਸੋ ਹੈ। ਜਦੋਂ ਤੱਕ ਪ੍ਰਮਾਤਮਾ ਦੀ ਜੋਤ ਸਰੀਰਾਂ ਦੇ ਵਿੱਚ ਹੈ, ਉਦੋਂ ਤੱਕ ਇਹ ਜੀਵ ਸੋਭਾ ਵਾਲੇ ਹਨ। ਇਹ ਸਰੀਰ ਦਾ ਉਹਨਾਂ ਚਿਰ ਹੀ ਸਾਧ ਸੰਗਤ ਜੀ ਸਤਿਕਾਰ ਹੁੰਦਾ ਹੈ, ਉਹਨਾਂ ਚਿਰ ਹੀ ਸਰੀਰ ਨੂੰ ਆਪਣਾ ਅਸੀਂ ਮੰਨਦੇ ਹਾਂ, ਜਦੋਂ ਤੱਕ ਪ੍ਰਮਾਤਮਾ ਦੀ ਜੋਤ ਵਰਤਦੀ ਹੈ। ਜਦੋਂ ਵਾਹਿਗੁਰੂ ਇਹ ਸਰੀਰ ਦੇ ਵਿੱਚੋਂ ਜੋਤ ਖਿੱਚ ਲੈਂਦਾ, ਫਿਰ ਸਾਰੇ ਕਹਿੰਦੇ ਹੁਣ ਸਾਡਾ ਨਹੀਂ, ਇਹ ਤਾਂ ਪ੍ਰੇਤ ਬਣ ਗਿਆ। ਫਿਰ ਤਾਂ ਨੇੜੇ ਵੀ ਕੋਈ ਢੋਕ ਕਰਕੇ ਬੈਠਣ ਦਾ ਹੀਆ ਨਹੀਂ ਕਰਦਾ। ਫਿਰ ਤਾਂ ਮਹਾਰਾਜ ਕਹਿੰਦੇ ਕੱਢ ਹੋਈ ਕਾਲੀ ਦੇ ਨਾਲ, ਕਿ ਫਿਰ ਦੁਪਹਿਰ ਚੜ੍ਹ ਗਈ ਤੇ ਧੁੱਪੇ ਕਿਸੇ ਤੋਂ ਬੈਠਾ ਵੀ ਨਹੀਂ ਜਾਣਾ, ਫਿਰ ਉਡੀਕ ਵੀ ਨਹੀਂ ਕਿਸੇ ਦੀ ਕਰਦੇ। ਉਸੇ ਸਮੇਂ ਕਾਲੀ ਦੇ ਨਾਲ ਸ਼ਮਸ਼ਾਨ ਘਾਟ ਵਿੱਚ ਲੈ ਕੇ ਸਰੀਰ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਹਨ ਕਿ ਇਹ ਸਰੀਰਾਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਤਾਂ ਹੀ ਸੋਭਾ ਵਾੜੇ ਹੈ। ਤਾਂ ਹੀ ਸਾਧ ਸੰਗਤ ਜੀ ਇਹ ਸਰੀਰ ਨੂੰ ਮਾਣ ਮਿਲਦਾ, ਕਿਉਂਕਿ ਪ੍ਰਮਾਤਮਾ ਨੂੰ ਕਿਹਾ ਜਾਂਦਾ ਗਰੀਬ ਨਿਵਾਜ। ਗਰੀਬੜੀ ਦੇਹੀ ਦੇ ਅੰਦਰ ਪ੍ਰਮਾਤਮਾ ਨੇ ਜੋਤ ਰੱਖ ਕੇ ਇਹਨੂੰ ਨਿਵਾਜਿਆ ਹੈ, ਇਸ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਜੋਤ ਕਰਕੇ ਸਭ ਥਾਵਾਂ ਤੇ ਸ਼ੋਭਨੀਕ ਹੈ। ਧਨਵੰਤਾ ਹੋਏ ਕਿਆ ਕੋ ਗਰਬੈ। ਜੇਕਰ ਕੋਈ ਜੀਵ ਬਹੁਤਾ ਧਨਾੜ ਬਣ ਜਾਵੇ ਤੇ ਉਹਦਾ ਹੰਕਾਰ ਕੀ ਕਰ ਸਕਦਾ। ਜੇ ਕੋਈ ਕਰੇ ਕਿ ਮੈਂ ਬਹੁਤੇ ਧਨ ਵਾਲਾ, ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ, ਜਾ ਸਭ ਕਿਛ ਤਿਸ ਕਾ ਦੀਆ ਦਰਬੈ। ਜੇ ਪ੍ਰਮਾਤਮਾ ਦਾ ਸਭ ਕੁਝ ਧਨ ਦੌਲਤ ਬਖਸ਼ਿਸ਼ ਕੀਤਾ ਹੈ ਤੇ ਫਿਰ ਜੀਵ ਕਾਹਦਾ ਹੰਕਾਰ ਕਰਦਾ ਹੈ। ਜੇ ਪਰਮੇਸ਼ਰ ਦੀ ਸਭ ਦਾਤਾਂ ਬਖਸ਼ੀਆਂ ਹਨ, ਫਿਰ ਮਹਾਰਾਜ ਕਹਿੰਦੇ ਜੀਵ ਦੇ ਪੱਲੇ ਕੀ ਹੈ। ਜੀਵ ਦਾ ਆਪਣਾ ਕੁਝ ਵੀ ਨਹੀਂ ਹੈ। ਧਨ ਦੌਲਤ ਤਾਂ ਕੀ, ਇਹ ਜੀਵ ਦਾ ਸਰੀਰ ਵੀ ਆਪਣਾ ਨਹੀਂ ਹੈ। ਇਹ ਪ੍ਰਮਾਤਮਾ ਨੇ ਜੀ ਸੁੰਦਰ ਨਰ ਨਾਰਾਇਣੀ ਬਖਸ਼ੀ ਹੈ, ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਪ੍ਰਮਾਤਮਾ ਨੇ ਜੀਵ ਤੇ ਤਰਸ ਕੀਤਾ, ਆਪਣੇ ਚਰਨਾਂ ਦੇ ਨਾਲ ਜੋੜਿਆ, ਇਹ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਜੀਵ ਦੇ ਪੱਲੇ ਕੁਝ ਵੀ ਨਹੀਂ ਹੈ। ਸਭ ਕੁਝ ਧਨ ਦੌਲਤ ਜੋ ਕੁਝ ਵੀ ਪ੍ਰਾਪਤ ਹੋਏ ਹੈ, ਇਹ ਸਭ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਆਤ ਸੂਰਾ ਜੇ ਕੋ ਕਹਾਵੈ। ਜੇਕਰ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਅਖਵਾਉਂਦਾ ਹੋਵੇ ਕਿ ਮੇਰੇ ਅੰਦਰ ਸੂਰਮਤਾਈ ਹੈ, ਮੇਰੇ ਜੈਸਾ ਕੌਣ ਸੂਰਮਾ ਹੈ ਸੰਸਾਰ ਅੰਦਰ, ਆਪਣੀ ਸੂਰਮਤਾਈ ਦਾ ਬੜਾ ਹੰਕਾਰ ਕਰਦਾ ਹੈ। ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਬਿਨਾ ਤੇ ਵਿਸਰਾਮ ਹੈ। ਮਹਾਰਾਜ ਕਹਿੰਦੇ ਹਨ ਕਿ ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾ ਭਲਾ ਕਿਸੇ ਤੇ ਜਾ ਕਰਕੇ ਕਿਵੇਂ ਹਮਲਾ ਕਰ ਸਕਦਾ ਹੈ, ਕਿਸੇ ਉੱਪਰ ਜਾ ਕਰਕੇ ਕਿਵੇਂ ਫਤਿਹ ਪ੍ਰਾਪਤ ਕਰ ਸਕਦਾ ਹੈ, ਕਿਵੇਂ ਜਿੱਤ ਸਕਦਾ ਹੈ, ਜੇ ਪ੍ਰਮਾਤਮਾ ਜੀਵ ਨੂੰ ਬਲ ਹੀ ਨਾ ਬਖਸ਼ਿਸ਼ ਕਰੇਗਾ। ਸਾਧ ਸੰਗਤ ਜੀ, ਬੜੇ ਬੜੇ ਬਲ ਵਾਲੇ ਬਾਹੂਬਲੀ ਵੀ ਜੇਕਰ ਹਿਰਦੇ ਕਰਕੇ ਕੰਬ ਜਾਂਦੇ ਨਾ, ਡਗਮਗਾ ਜਾਂਦੇ ਹੈ, ਤੇ ਉਹਨਾਂ ਦਾ ਵੀ ਕੋਈ ਚਾਰਾ ਨਹੀਂ ਚੱਲਦਾ। ਜੇ ਪ੍ਰਮਾਤਮਾ ਹਿਰਦੇ ਦੀ ਦ੍ਰਿੜਤਾ, ਅੰਦਰ ਦਾ ਭਰੋਸਾ, ਹਿਰਦੇ ਦੀ ਅਡੋਲਤਾ ਬਖਸ਼ਿਸ਼ ਕਰ ਦੇਵੇ, ਪ੍ਰਮਾਤਮਾ ਜੇ ਬਲ ਬਖਸ਼ਿਸ਼ ਕਰ ਦੇਵੇ ਤੇ ਕੀੜੀ ਤੋਂ ਹਾਥੀ ਨੂੰ ਮਰਾ ਸਕਦਾ ਹੈ। ਕੀੜੀ ਵੀ ਹਾਥੀ ਨੂੰ ਮਾਰ ਦਿੰਦੀ ਜੇ ਪ੍ਰਮਾਤਮਾ ਬਲ ਬਖਸ਼ਿਸ਼ ਕਰ ਦੇਵੇ ਤਾਂ।
ਐਸੀ ਪਰਮਾਤਮਾ ਦੀ ਸ਼ਕਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਦੇ ਮਾਣ ਨਹੀਂ ਕਰਨਾ ਚਾਹੀਦਾ, ਕਦੇ ਵੀ ਜੀਵ ਹੰਕਾਰ ਨਹੀਂ ਕਰਨਾ ਚਾਹੀਦਾ ਆਪਣੀ ਸੂਰਮਤਾਈ ਤੇ। ਜੇ ਮਹਾਰਾਜ ਕਹਿੰਦੇ ਕੋਈ ਸੂਰਮਤਾਈ ਦਾ ਮਾਣ ਕਰਦਾ ਤੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਵਾਹਿਗੁਰੂ ਜੀ ਦੀ ਸ਼ਕਤੀ ਤੋਂ ਬਿਨਾ ਭਲਾ ਕਿੱਥੇ ਭੱਜ ਦੌੜ ਕਰ ਲਵੇਗਾ, ਕਿੱਥੇ ਜਾ ਕਰਕੇ ਕਿਸੇ ਤੇ ਬਲ ਪਾ ਲਵੇਗਾ। ਭਾਵ ਕੋਈ ਵੀ ਯਤਨ ਨਹੀਂ ਚੱਲਣ ਵਾਲਾ। ਜੇ ਕੋ ਹੋਏ ਬਹਿ ਦਾਤਾਰ। ਜੇਕਰ ਕੋਈ ਦਾਤਾ ਬਣ ਕੇ ਬੈਠ ਜਾਵੇ, ਜੇ 4 ਪੈਸੇ ਆ ਗਏ ਕੋਲ ਤੇ ਦਾਨ ਪੁੰਨ ਕਰਕੇ ਆਖਣਾ ਕਿ ਮੈਂ ਦਾਤਾ ਹਾਂ, ਪਰ ਇਹ ਜੀਵ ਦੀ ਮਹਾਰਾਜ ਕਹਿੰਦੇ ਭੁਲੇਖਾ ਹੈ, ਜੀਵ ਦੀ ਅਗਿਆਨਤਾ ਹੈ। ਜੇ ਕੋ ਹੋਏ ਬਹਿ ਦਾਤਾਰ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਲੋੜਵੰਦਾਂ ਨੂੰ ਜੇ ਕਿਤੇ ਦਾਨ ਪੁੰਨ ਕਰ ਦਿੱਤਾ, ਜੇ ਇਹ ਜੀਵ ਹੰਕਾਰੀ ਹੋ ਕਰਕੇ ਆਪ ਹੀ ਦਾਨੀ ਬਣ ਜਾਵੇ, ਆਪ ਹੀ ਕਹੇ ਕਿ ਮੈਂ ਦਾਤਾ ਹਾਂ, ਤਿਸ ਦੀਨ ਹਾਰ ਜਾਣੈ ਗਾਵਾਰ। ਪਰਮਾਤਮਾ ਜੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਜਾਣਦਾ ਕਿ ਜੀਵ ਝੱਲਾ ਹੈ, ਬੇਸਮਝ ਹੈ, ਪਾਗਲ ਹੈ। ਇਹਨੂੰ ਸਮਝ ਨਹੀਂ ਹੈ ਕਿ ਸਭ ਜੀਵਾਂ ਨੂੰ ਦਾਤਾਂ ਤਾਂ ਇੱਕ ਪਰਮੇਸ਼ਰ ਦਿੰਦਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਰਬ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਇੱਕ ਪਰਮਾਤਮਾ ਹੈ। ਇਹ ਅਗਿਆਤ, ਇਹ ਪਾਗਲ, ਇਹ ਝੱਲਾ ਜੀਵ ਸਮਝਦਾ ਕਿ ਮੈਂ ਦਾਤਾ ਹਾਂ, ਮੈਂ ਦਾਨੀ ਹਾਂ, ਸੰਸਾਰ ਦੇ ਅੰਦਰ ਬੜਾ ਵੱਡਾ ਦਾਨ ਕਰਨ ਵਾਲਾ, ਪਰ ਸਰਬ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਪਰਮੇਸ਼ਰ ਹੈ। ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ। ਹਜੂਰ ਕਹਿੰਦੇ ਹਨ ਜਿਸ ਜੀਵ ਦੀ ਬਖਸ਼ਿਸ਼ ਹੋ ਜਾਂਦੀ ਹੈ, ਸਤਿਗੁਰੂ ਜੀ ਦੀ ਜੋ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਉਹਦੇ ਹਉਮੈ ਦਾ ਰੋਗ ਮਿਟ ਜਾਂਦਾ, ਟੁੱਟ ਜਾਂਦਾ ਹੈ। ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ, ਕਿਉਂਕਿ ਸਰੀਰ ਨੂੰ ਭਾਵੇਂ ਕੀਮਾ ਕੀਮਾ ਕਰਕੇ ਕੱਟ ਦਿੱਤਾ ਜਾਵੇ, ਪਰ ਸਾਧ ਸੰਗਤ ਜੀ ਕਦੇ ਹਉਮੈ ਦਾ ਰੋਗ ਨਹੀਂ ਜੀਵ ਦਾ ਛੁੱਟ ਸਕਦਾ। ਮਹਾਰਾਜ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੈ। ਮਹਾਰਾਜ ਕਹਿੰਦੇ ਭਾਵੇਂ ਟੁਕੜਾ ਟੁਕੜਾ ਇਹ ਸਰੀਰ ਨੂੰ ਕਰਾ ਦੇਵੋ, ਪਰ ਫੇਰ ਵੀ ਸਾਧ ਸੰਗਤ ਜੀ ਹਉਮੈ ਦੀ ਮੈਲ ਨਹੀਂ ਹਿਰਦੇ ਤੋਂ ਜਾਂਦੀ, ਅਗਲੇ ਜਨਮ ਵਿੱਚ ਫੇਰ ਜੀਵ ਨੂੰ ਘੇਰ ਲੈਂਦੀ ਹੈ, ਚੰਬੜ ਜਾਂਦੀ ਹੈ। ਇਹ ਤਾਂ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਏ ਵਾਹਿਗੁਰੂ ਮੰਤਰ ਦੁਆਰਾ ਹੀ ਦੂਰ ਹੁੰਦੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜਿਵੇਂ ਜਿਵੇਂ ਜੀਵ ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਮਹਾਰਾਜ ਕਹਿੰਦੇ ਤਿਵੇਂ ਤਿਵੇਂ ਹਉਮੈ ਦੀ ਮੈਲ ਲਹਿਦੀ ਜਾਂਦੀ, ਹਿਰਦਾ ਸ਼ੁੱਧ ਹੋਈ ਜਾਂਦਾ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਇਹ ਹਉਮੈ ਦੀ ਜੋ ਮੈਲ ਫੈਲੀ ਹੋਈ ਹੈ ਜੀਵ ਦੇ ਅੰਦਰ, ਬਿਨ ਸਜਾਂਦੀ ਨਾਸ਼ ਹੋ ਜਾਂਦੀ ਹੈ। ਇਸ ਪ੍ਰਕਾਰ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਮਹਾਰਾਜ ਆਖਰੇ ਤਿਨਾਂ ਦਾ ਹਉਮੈ ਦਾ ਰੋਗ ਟੁੱਟ ਗਿਆ ਹੈ। ਨਾਨਕ ਸੋ ਜਨ ਸਦਾ ਅਰੋਗ। ਸਤਿਗੁਰੂ ਜੀ ਕਹਿੰਦੇ ਉਹ ਜੀਵ ਫਿਰ ਸਦੀਵੀ ਕਾਲ ਵਾਸਤੇ ਅਰੋਗੀ ਹੋ ਗਿਆ ਹੈ, ਰੋਗਾਂ ਤੋਂ ਰਹਿਤ ਹੋ ਗਿਆ ਹੈ। ਜਿਸ ਦਾ ਹਉਮੈ ਦਾ ਰੋਗ ਛੁੱਟ ਜਾਵੇ, ਉਹਨੂੰ ਫਿਰ ਕੋਈ ਰੋਗ ਨਹੀਂ ਆ ਕਰਕੇ ਲੱਗਦਾ। ਮਹਾਰਾਜ ਸਤਿਗੁਰੂ ਜੀ ਕਹਿੰਦੇ ਉਹ ਜੀਵ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਕੋਈ ਰੋਗ ਆ ਕੇ ਉਸ ਨੂੰ ਚੰਬੜਦਾ ਨਹੀਂ ਹੈ, ਗ੍ਰਸ ਨਹੀਂ ਸਕਦਾ। ਜਿਸ ਦਾ ਗੁਰੂ ਕਿਰਪਾ ਦੇ ਦੁਆਰਾ ਹਉਮੈ ਦਾ ਰੋਗ ਛੁੱਟ ਜਾਂਦਾ ਹੈ। ਜੋ ਮੰਦਰ ਕਉ ਥਾਮੈ ਥੰਮਨ। ਇਹ ਮਹਾਰਾਜ ਸਾਹਿਬ ਜੀ ਸਤਿਗੁਰੂ ਜੀ ਦਾ ਜੋ ਸ਼ਬਦ ਹੈ, ਕਿੰਨਾ ਕੁ ਸਮਰੱਥਾ ਵਾਲਾ, ਕਿੰਨੀ ਕੁ ਤਾਕਤ ਵਾਲਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਉ ਮੰਦਰ ਕਉ ਥਾਮੈ ਥੰਮਨ। ਹਜੂਰ ਕਹਿੰਦੇ ਹਨ ਕਿ ਜਿਵੇਂ ਮੰਦਰ ਨੂੰ, ਘਰ ਨੂੰ ਜਾਂ ਕਿਸੇ ਮਹਿਲ ਨੂੰ ਥੰਮ ਦੇ ਕਰਕੇ ਥੰਮਿਆ ਜਾਂਦਾ ਹੈ, ਇਸ ਪ੍ਰਕਾਰ ਜਿਵੇਂ ਸਾਧ ਸੰਗਤ ਜੀ ਕੋਈ ਘਰ ਡਿੱਗਦਾ ਹੋਵੇ ਨਾ, ਡਿੱਗਦਾ ਹੋਵੇ ਘਰ ਹੋਵੇ ਤੇ ਉਹਦੇ ਹੇਠਾਂ ਥੰਮ ਦਿੱਤਾ ਜਾਂਦਾ ਹੈ। ਉਹ ਥੰਮ ਹੀ ਉਸ ਨੂੰ ਟਿਕਾ ਕਰਕੇ ਰੱਖਦਾ ਹੈ। ਥੰਮ ਦੇ ਸਹਾਰੇ ਹੀ ਸਾਰਾ ਘਰ, ਸਾਰਾ ਮਕਾਨ, ਜਿੰਨਾ ਮਰਜ਼ੀ ਵੱਡਾ ਮਹਿਲ ਹੋਵੇ, ਉਹਦੇ ਆਸਰੇ ਹੀ ਟਿਕਣਾ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਉ ਮੰਦਰ ਕਉ ਥਾਮੈ ਥੰਮਨ। ਇਹ ਜੀ ਜਿਵੇਂ ਮਹਿਲ ਨੂੰ, ਜਿਵੇਂ ਮਕਾਨ ਨੂੰ ਥੰਮ ਕਰਕੇ ਰੱਖਦਾ ਹੈ,
ਟਿਕਾ ਕੇ ਰੱਖਦਾ ਹੈ। ਤਿਉ ਗੁਰ ਕਾ ਸ਼ਬਦ ਮਨ ਹੈ ਅਸਥਮਨ। ਇਸੇ ਤਰ੍ਹਾਂ ਵਿਕਾਰਾਂ ਦੀ ਗੰਦਗੀ ਵਿੱਚ ਡਿੱਗਦੇ ਹੋਏ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਅਸਥਮਨ ਵਿਸ਼ੇਸ਼ ਕਰਕੇ ਟਿਕਾ ਕੇ ਰੱਖਦਾ ਹੈ। ਹੋਰ ਕੋਈ ਐਸੀ ਸ਼ਕਤੀ ਨਹੀਂ ਹੈ ਜੋ ਇਹ ਮਨ ਨੂੰ ਵਿਕਾਰਾਂ ਦੀ ਗੰਦਗੀ ਵਿੱਚ ਡਿੱਗਦੇ ਹੋਏ ਨੂੰ ਬਚਾ ਲਵੇ, ਟਿਕਾ ਕਰਕੇ ਰੱਖੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਸਤਿਗੁਰੂ ਜੀ ਦੀ ਬਖਸ਼ੀ ਹੋਈ ਸ਼ਬਦ ਦੀ ਦਾਤ ਹੈ ਜੋ ਇਸ ਮਨ ਨੂੰ ਟਿਕਾਉਣ ਵਾਲੀ ਹੈ। ਮਨ ਰੂਪੀ ਮਕਾਨ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਹੀ ਟਿਕਾ ਕੇ ਰੱਖ ਸਕਦਾ ਹੈ। ਗੁਰੂ ਕਾ ਸ਼ਬਦ ਹੀ ਹੈ ਸਾਧ ਸੰਗਤ ਜੀ ਜੋ ਭਟਕਦੇ ਹੋਏ ਮਨ ਦੀ ਇਕਾਗਰਤਾ ਬਣਾਉਣ ਵਾਲਾ ਹੈ। ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨ ਦੇ ਵਾਸਤੇ ਪ੍ਰੇਰਿਤ ਕਰਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਤੋਂ ਬਿਨਾਂ ਕਦੇ ਮਨ ਨੂੰ ਟਿਕਾਇਆ ਨਹੀਂ ਜਾ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਹੇ ਜੀਵ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੇ ਮੇਰੇ ਪਿਆਰੇ ਮਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਨੂੰ ਸਰਵਣ ਕਰਿਆ ਕਰ। ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰੇਗਾ ਤਾਂ ਤੇਰਾ ਪਾਰ ਉਤਾਰਾ ਹੋਣ ਵਾਲਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਥੰਮ ਮਕਾਨ ਨੂੰ ਥੰਮ ਕਰਕੇ ਰੱਖਦਾ, ਇਵੇਂ ਸਤਿਗੁਰੂ ਜੀ ਦਾ ਸ਼ਬਦ ਇਸ ਮਨ ਨੂੰ ਡਿੱਗਣ ਦੇ ਵਿੱਚੋਂ ਬਚਾ ਕੇ ਰੱਖਦਾ ਹੈ। ਵਿਸ਼ਿਆਂ ਵਿਕਾਰਾਂ ਦੀ ਗੰਦਗੀ ਵਿੱਚ ਡਿੱਗਣ ਤੋਂ, ਸੰਸਾਰ ਦੇ ਅੰਦਰ ਪ੍ਰਵਿਰਤਿਤ ਹੋਣ ਤੋਂ ਬਚਾ ਕਰਕੇ ਰੱਖਦਾ ਹੈ। ਜੋ ਪਾਖਾਨ ਨਾਵ ਚੜ ਧਰੈ। ਹਜੂਰ ਕਹਿੰਦੇ ਜਿਵੇਂ ਪੱਥਰ ਨੌਕਾ ਬੇੜੀ ਵੀ ਚੜ ਕੇ ਤੇ ਪਾਰ ਹੋ ਜਾਂਦਾ ਹੈ, ਨਹੀਂ ਤੇ ਭਾਵੇਂ ਛੋਟੇ ਜਿਹੇ ਕਿੰਕਰ ਵੀ ਸਾਧ ਸੰਗਤ ਜੀ ਪੱਥਰ ਦੀ ਪਾਣੀ ਵੀ ਸੁੱਟੀ ਉਹ ਤਰ ਨਹੀਂ ਸਕਦੀ। ਤੇ ਜਿੰਨੇ ਮਰਜੀ ਵੱਡੇ ਆਕਾਰ ਦਾ ਪੱਥਰ ਹੋਵੇ ਉਹਨੂੰ ਬੇੜੀ ਵਿੱਚ ਰੱਖ ਦਈਏ ਤੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਪਹੁੰਚ ਜਾਂਦਾ ਹੈ, ਡੁੱਬਣ ਤੋਂ ਬਚ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਪਾਪੀ ਜੀਵ ਵੀ ਹੈ ਨਾ, ਉਹ ਭਗਤੀ ਰੂਪ ਬੇੜੀ ਵਿੱਚ ਅਸਵਾਰ ਹੋ ਜਾਵੇ, ਉਹ ਸੁਭਾਵਕ ਹੀ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ। ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਮਹਾਰਾਜ ਕਹਿੰਦੇ ਜੇ ਪ੍ਰਾਣਾ ਧਾਰੇ ਜੀਵ ਗੁਰੂ ਚਰਨਾਂ ਦੇ ਨਾਲ ਲੱਗ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰ ਲੈਂਦਾ, ਉਹ ਵਿਸ਼ੇਸ਼ ਕਰਕੇ ਭਵ ਸਾਗਰ ਤੋਂ ਤਰ ਜਾਂਦਾ ਹੈ। ਸੁਭਾਵਕ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਜੋ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਦੇ ਚਰਨੀ ਲੱਗ ਜਾਂਦਾ ਹੈ। ਗੁਰੂ ਚਰਨਾਂ ਦੇ ਨਾਲ ਜੋ ਚਿਤ ਬਿਰਤੀ ਕਰਕੇ ਜੁੜ ਜਾਂਦਾ ਹੈ। ਜੋ ਅੰਧਕਾਰ ਦੀਪਕ ਪ੍ਰਗਾਸ। ਸਤਿਗੁਰੂ ਜੀ ਉਦਾਹਰਨ ਦੇ ਕਰਕੇ ਬਖਸ਼ਿਸ਼ ਕਰ ਰਹੇ ਹੈ ਕਿ ਜਿਵੇਂ ਹਨੇਰੇ ਦੇ ਵਿੱਚ ਦੀਵਾ ਬਾਲੀਏ ਤੇ ਪ੍ਰਕਾਸ਼ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਇਵੇਂ ਸਤਿਗੁਰੂ ਜੀ ਦਾ ਸ਼ਬਦ ਹੈ ਜੋ ਅੰਧਕਾਰ ਦੀਪਕ ਪ੍ਰਗਾਸ। ਅੰਧਤਾਈ ਵਿੱਚ ਹਨੇਰੇ ਵਿੱਚ ਕੁਝ ਵੀ ਹੱਥ ਪਥਾਰਿਆ ਵੀ ਨਜ਼ਰ ਨਾ ਆਉਂਦਾ ਹੋਵੇ, ਦੀਵਾ ਬਾਲਣ ਦੇ ਨਾਲ ਉਸੇ ਸਮੇਂ ਪ੍ਰਕਾਸ਼ ਹੋ ਜਾਂਦਾ ਹੈ। ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਤਿਵੇਂ ਮਹਾਰਾਜ ਕਹਿੰਦੇ ਸਤਿਗੁਰੂ ਜੀ ਦਾ ਦੀਦਾਰ ਪਰਸਨੇ ਨਾਲ ਜੀਵ ਨਿਹਾਲ ਹੋ ਜਾਂਦਾ ਹੈ, ਹਿਰਦਾ ਕਮਲ ਦੀ ਤਰ੍ਹਾਂ ਖਿੜ ਜਾਂਦਾ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨਾਂ ਦੀ ਸ਼ਕਤੀ ਹੈ ਜੋ ਸਿੱਖ ਭਾਵਨਾ ਦੇ ਨਾਲ ਸ਼ਰਧਾ ਵਿਸ਼ਵਾਸ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦਾ ਹਿਰਦਾ ਕਮਲ ਦੀ ਤਰ੍ਹਾਂ ਖਿੜ ਜਾਂਦਾ ਹੈ। ਗੁਰ ਦਰਸ਼ਨ ਦੇਖ ਮਨ ਹੋਏ ਪ੍ਰਗਾਸ। ਮਹਾਰਾਜ ਕਹਿੰਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਮਨ ਕਮਲ ਦੀ ਤਰ੍ਹਾਂ ਖਿੜ ਜਾਂਦਾ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਦਰਸ਼ਨ ਕੀਤੇ ਹੈ, ਐਸੀ ਮਹਾਨ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸ਼ਕਤੀ ਹੈ। ਜੋ ਮਹਾ ਉਦਿਆਨ ਮਹਿ ਮਾਰਗ ਪਾਵੈ। ਹਜੂਰ ਕਹਿੰਦੇ ਹਨ ਜਿਵੇਂ ਮਹਾਨ ਜੰਗਲ ਦੇ ਵਿੱਚ ਕੋਈ ਰਸਤੇ ਦੀ ਪ੍ਰਾਪਤੀ ਕਰ ਲਵੇ, ਭੁੱਲ ਜਾਵੇ, ਭਟਕ ਜਾਵੇ, ਭਟਕਣਾ ਵਿੱਚ ਪਿਆ ਹੋਇਆ ਬਾਰ-ਬਾਰ ਉਹ ਭਰਮਦਾ ਰਹਿੰਦਾ ਹੈ, ਭਰਮਦਾ ਰਹਿੰਦਾ ਹੈ। ਬੜੇ ਹੀ ਭਿਆਨਕ ਜੰਗਲ ਦੇ ਵਿੱਚ ਜਿਹੜਾ ਕੋਈ ਰਸਤਾ ਖੁੰਦ ਜਾਵੇ, ਜਿਉ ਮਹਾ ਉਦਿਆਨ ਮਹਿ ਮਾਰਗ ਭਾਵੈ।
ਮਹਾਰਾਜ ਕਹਿੰਦੇ ਜੇਕਰ ਬੜਾ ਭੁੱਲਿਆ ਹੋਇਆ ਭਿਆਨਕ ਜੰਗਲ ਦੇ ਵਿੱਚ ਜਿਵੇਂ ਕੋਈ ਰਸਤੇ ਦੀ ਪ੍ਰਾਪਤੀ ਕਰ ਲੈਂਦਾ ਹੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਹਜੂਰ ਕਹਿੰਦੇ ਤਿਵੇਂ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਹਿਰਦੇ ਅੰਦਰ ਜੋਤ ਦਾ ਪ੍ਰਕਾਸ਼ ਕਰ ਲਈਦਾ ਹੈ। ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ। ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਸੰਸਾਰ ਰੂਪੀ ਬੜਾ ਹੀ ਭਿਆਨਕ ਜੰਗਲ ਹੈ, ਇਸ ਵਿੱਚ ਭੁੱਲਾ ਹੋਇਆ ਭਟਕਦਾ ਹੋਇਆ ਜੀਵ ਦਰ ਦਰ ਤੇ ਠੋਕਰਾਂ ਖਾਂਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਫਿਰਦਾ ਹੈ, ਰਸਤਾ ਹੀ ਨਹੀਂ ਪ੍ਰਾਪਤ ਹੁੰਦਾ। ਜਿਸ ਰਸਤੇ ਤੇ ਪਰਮਾਰਥ ਤੇ ਚੱਲ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਸਕੇ, ਸਹੀ ਰਸਤੇ ਤੇ ਚੱਲ ਕੇ ਮੰਜ਼ਿਲ ਤੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚ ਸਕੇ, ਪਰ ਮਹਾਰਾਜ ਕਹਿੰਦੇ ਜੀਵ ਦੇ ਪੱਲੇ ਭਟਕਣਾ ਪਈ ਹੋਈ ਹੈ। ਦਰ ਦਰ ਤੇ ਬਾਰ-ਬਾਰ ਭਟਕਦਾ ਰਹਿੰਦਾ ਹੈ, ਭਟਕਦਾ ਹੀ ਰਹਿੰਦਾ। ਪਰ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਨੂੰ ਬਖਸ਼ਿਸ਼ ਕਰ ਦੇਣ, ਜੀਵ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਣ, ਤਾਂ ਮਹਾਰਾਜ ਕਹਿੰਦੇ ਸਹੀ ਰਸਤੇ ਤੇ ਚੱਲ ਸਕਦਾ ਹੈ। ਔਰ ਇਸ ਪ੍ਰਕਾਰ ਜੇ ਗਰੀਬ ਨਵਾਜ ਸਤਿਗੁਰੂ ਜੀ ਦੀ ਮਿਹਰ ਹੋ ਜਾਵੇ ਨਾ, ਗੁਰੂ ਚਰਨਾਂ ਦੀ ਸੰਗਤ ਦੀ ਸ਼ਰਨ ਪ੍ਰਾਪਤ ਹੋ ਜਾਵੇ, ਫਿਰ ਸੁਭਾਵਕ ਹੀ ਹਿਰਦੇ ਦੀ ਜੋਤ ਪ੍ਰਗਟ ਹੋ ਜਾਣਾ ਕਰਦੀ ਹੈ। ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਇਹ ਜੀਵ ਜਿਵੇਂ ਖੁੰਝਿਆ ਹੋਇਆ ਰਸਤਾ ਤੇ ਕੋਈ ਤੈਨੂੰ ਰਸਤਾ ਦੱਸ ਦਿੰਦਾ ਤੇ ਫਿਰ ਮਿੱਥੇ ਹੋ ਨਿਸ਼ਾਨੇ ਤੇ ਪਹੁੰਚ ਜਾਂਦਾ, ਇਸੇ ਤਰ੍ਹਾਂ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਸਰਵਣ ਕਰਨ ਦੇ ਨਾਲ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੋਂ ਬਿਨਾਂ ਕਦੇ ਜੋਤ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਦਾ ਫਰਮਾਨ ਪੜ੍ਹਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਸਿੱਖਿਆ ਤੋਂ ਬਿਨਾਂ ਕਦੇ ਵਾਹਿਗੁਰੂ ਦੇ ਜੋਤੀ ਸਰੂਪ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਤਿਨ ਸੰਤਨ ਕੀ ਬਾਛਾ ਤੂਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਣਾ ਕਰ। ਇਹ ਜੀਵ ਜਿਨ੍ਹਾਂ ਨੂੰ ਸਵਾਸ ਗਰਾਸ ਕਦੇ ਵਾਹਿਗੁਰੂ ਜੀ ਦਾ ਨਾਮ ਨਹੀਂ ਵਿਸਰਦਾ, ਤਿਨਾਂ ਨਾਮ ਰਸੀਆਂ ਨੂੰ ਸ਼ਾਂਤ ਚਿਤ ਸੁਭਾਅ ਵਾਲਿਆਂ ਦੀ ਚਰਨਾਂ ਦੀ ਧੂੜੀ ਲੋਚਿਆ ਕਰ। ਨਾਨਕ ਕੀ ਹਰ ਲੋਚਾ ਪੂਰ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਵੀ ਉਹ ਗੁਰਮੁਖ ਪਿਆਰੇ ਮਨ ਵਿੱਚ ਇੱਛਾ ਕਰਦੇ ਤਿਨਾਂ ਦੀ ਪੂਰੀ ਹੋ ਜਾਂਦੀ ਹੈ। ਅਥਵਾ ਜਗਿਆਸੂ ਜਨ ਦੁਆਰਾ ਬੇਨਤੀ ਕਰਦੇ ਨੇ, ਇਹ ਮਹਾਰਾਜ ਤਿਨ ਸੰਤਨ ਕੀ ਬਾਛਾ ਧੂਰ। ਮਹਾਰਾਜ ਜੋ ਆਪ ਜੀ ਦੇ ਸਰੂਪ ਦੇ ਵਿੱਚ ਲੀਨ ਹੋ ਗਏ ਹਨ ਚਿਰ ਦੀ ਬਿਰਤੀ ਕਰਕੇ, ਜਿਨ੍ਹਾਂ ਨੇ ਮਹਾਰਾਜ ਆਪ ਜੀ ਦੇ ਸਰੂਪ ਦੇ ਵਿੱਚ ਹਿਰਦੇ ਕਰਕੇ ਸਦਾ ਹੀ ਲੀਨ ਹੋ ਕਰਕੇ ਰਹਿਣਾ ਕੀਤਾ, ਤਿਨਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰੋ। ਇਹ ਮਹਾਰਾਜ ਸਾਡੇ ਮਨ ਦੀ ਇੱਛਾ ਪੂਰੀ ਕਰ ਦੇਵੋ। ਆਪ ਕਿਰਪਾ ਕਰੋ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ। ਮਨ ਮੂਰਖ ਕਾਹੇ ਬਿਲ ਲਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਇਹ ਮਨ ਬਾਰ-ਬਾਰ ਵਿਰਲਾਪ ਕਰਦਾ, ਜਾਂ ਕਦੇ ਕਿਸੇ ਸਿਰ ਦੋਸ਼ ਮੜਦਾ, ਕਦੇ ਕਿਸੇ ਸਿਰ ਦੋਸ਼ ਅਰਪਦਾ ਰਹਿੰਦਾ ਹੈ, ਮਨ ਨੂੰ ਸਮਝਾਉਣ ਦੇ ਲਈ ਇਹ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਾਇਆ ਕਰ। ਇਹ ਜੀਵ ਮਹਾਰਾਜ ਫਰਮਾਉਂਦੇ ਆ, ਮਨ ਮੂਰਖ ਕਾਹੇ ਬਿਲ ਲਾਈਐ। ਹੇ ਮੇਰੇ ਮੂਰਖ ਮਨਾ, ਤੂੰ ਕਿਉਂ ਬਾਰ-ਬਾਰ ਵਿਰਲਾਪ ਕਰਦਾ ਰਹਿੰਦਾ ਹੈ। ਹੇ ਅਸਮਝ ਮਨਾ, ਹੇ ਬੇਸਮਝ ਮਨ, ਤੂੰ ਕਿਉਂ ਬਾਰ-ਬਾਰ ਵਿਰਲਾਪ ਕਰਦਾ ਹੈ। ਪੁਰਬ ਲਿਖੇ ਕਾ ਲਿਖਿਆ ਪਾਈਐ। ਜੋ ਪੂਰਬਲੇ ਤੇਰੇ ਕਮਾਏ ਹੋਏ ਕਰਮਾਂ ਦੀ ਲਿਖਤ ਸੀ ਉਹ ਪਰਮਾਤਮਾ ਨੇ ਇਸ ਜਨਮ ਦੇ ਅੰਦਰ ਲਿਖੀ ਹੈ, ਉਹ ਕੁਝ ਤੂੰ ਪ੍ਰਾਪਤ ਕੀਤਾ, ਤੇ ਫਿਰ ਕਿਉਂ ਐਵੇਂ ਬਾਰ-ਬਾਰ ਵਿਰਲਾਪ ਕਰਦਾ ਰਹਿੰਦਾ। ਹੇ ਮਨਾ, ਕਿਉਂ ਤੂੰ ਪਰਾਇਆਂ ਦਾ ਧਨ ਦੇਖ ਕਰਕੇ ਸੜਦਾ ਰਹਿੰਦਾ। ਹੇ ਮਨਾ, ਤੂੰ ਕਿਉਂ ਦੂਜਿਆਂ ਵੱਲ ਦੇਖ ਕਰਕੇ ਬਾਰ-ਬਾਰ ਕ੍ਰਿਜਦਾ ਰਹਿੰਦਾ ਹੈ, ਬਾਰ-ਬਾਰ ਸੜਦਾ ਰਹਿੰਦਾ ਹੈ, ਬਾਰ-ਬਾਰ ਵਿਰਲਾਪ ਹੀ ਕਰਦਾ ਰਹਿਣਾ ਕਿ ਰੱਬਾ ਮੇਰੇ ਗੁਆਂਢੀਆਂ ਨੂੰ ਜ਼ਿਆਦਾ ਦੇ ਦਿੱਤਾ ਤੇ ਮੈਨੂੰ ਥੋੜਾ ਕੁ ਦਿੱਤਾ, ਮੈਨੂੰ ਕਿਉਂ ਨਹੀਂ ਧਨ ਪਦਾਰਥ ਦਿੱਤੇ। ਮਹਾਰਾਜ ਕਹਿੰਦੇ ਪੁਰਬ ਲਿਖੀ ਕਾ ਲਿਖਿਆ ਪਾਈਐ। ਹੇ ਬੇਸਮਝ ਮਨਾ, ਤੂੰ ਐਵੇਂ ਵਿਰਲਾਪ ਕਰਦਾ ਰਹਿਣਾ, ਜੋ ਪੁੰਨ ਕਰਮ ਕੀਤੇ ਸਾਨੂੰ ਨਾ ਕਰਕੇ ਤੈਨੂੰ ਫਲ ਪ੍ਰਾਪਤ ਹੋਇਆ, ਉਹ ਤੈਨੂੰ ਸੁਖ ਮਿਲੇ ਹੈ।
ਜਿਹੜੇ ਪਾਪ ਕਰਮ ਕੀਤੇ ਉਹਨਾਂ ਕਰਕੇ ਤੈਨੂੰ ਦੁੱਖ ਪ੍ਰਾਪਤ ਹੋ ਰਹੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਕਿਤੇ ਚੰਗੇ ਹੋਰ ਜ਼ਿਆਦਾ ਪੁੰਨ ਕਰਮ ਕੀਤੇ ਹੁੰਦੇ ਤੈਨੂੰ ਬਹੁਤੇ ਸੁੱਖ ਮਿਲਦੇ ਸਨ, ਮਹਾਰਾਜ ਦੀ ਸਤ ਸੰਗਤ ਦੀ ਪ੍ਰਾਪਤੀ ਹੋ ਜਾਣੀ ਸੀ। ਇਸ ਪ੍ਰਕਾਰ ਜੇ ਪ੍ਰਮਾਤਮਾ ਦੀ ਭਗਤੀ ਕੀਤੀ ਹੁੰਦੀ ਇਹ ਪ੍ਰਾਣਾ ਧਾਰੀ ਜੀਵ, ਫਿਰ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਖਸ਼ਿਆ ਹੋਏ ਸ਼ਬਦ ਦੀ ਦਾਤ ਪ੍ਰਾਪਤ ਹੋ ਜਾਣੀ ਸੀ। ਨਿਸ਼ਕਾਮ ਕਰਮ ਕੀਤੇ ਹੁੰਦੇ ਸਤ ਸੰਗਤ ਦੀ ਪ੍ਰਾਪਤੀ ਹੋ ਜਾਣੀ ਸੀ। ਪਰ ਪੁਰਬ ਲਿਖੀ ਕਾ ਲਿਖਿਆ ਪਾਈਐ, ਪੂਰਬਲੇ ਕਮਾਈ ਹੋਏ ਤੇਰੇ ਕਰਮਾਂ ਦਾ ਜਿਹੜਾ ਹਿਸਾਬ ਕਿਤਾਬ ਸੀ ਨਾ, ਉਹ ਪ੍ਰਮਾਤਮਾ ਨੇ ਕਰਕੇ ਇਸ ਜਨਮ ਦੇ ਵਿੱਚ ਪਾ ਦਿੱਤਾ ਹੈ। ਇਹ ਜੀਵ ਉਹ ਕੁਝ ਤੂੰ ਪ੍ਰਾਪਤ ਕਰ ਰਿਹਾ ਹੈ। ਦੁਖ ਸੁਖ ਪ੍ਰਭ ਦੇਵਨਹਾਰ। ਇਹ ਜੀਵ ਤੇਰੀ ਪ੍ਰਾਰਬਧ ਅਨੁਸਾਰ ਦੁੱਖ ਅਤੇ ਸੁੱਖ ਪ੍ਰਮਾਤਮਾ ਦਿੰਦਾ ਪਿਆ। ਕਈ ਵਾਰ ਜ਼ਿੰਦਗੀ ਵਿੱਚ ਕਿਸੇ ਗੱਲੋਂ ਕੋਈ ਦੁਖੀ ਹੋ ਜਾਵੇ, ਦੁੱਖ ਲੱਗੇ ਤੇ ਦੂਜਿਆਂ ਸਿਰ ਅਸੀਂ ਦੋਸ਼ ਮੜ ਦਿੰਦੇ ਹਾਂ। ਪਰ ਮਹਾਰਾਜ ਕਹਿੰਦੇ ਮਨਾ ਤੂੰ ਐਵੇਂ ਝੂਠਾ ਵਿਰਲਾਪ ਕਰਦਾ ਰਹਿੰਦਾ। ਜੋ ਪ੍ਰਮਾਤਮਾ ਨੇ ਪ੍ਰਾਰਬਧ ਲਿਖੀ ਹੈ ਉਸੇ ਅਨੁਸਾਰ ਦੁੱਖ ਅਤੇ ਸੁੱਖ ਪ੍ਰਾਪਤ ਹੋ ਰਹੇ ਹਨ। ਪ੍ਰਮਾਤਮਾ ਨੇ ਜਿਹੋ ਜਿਹੀ ਤੇਰੀ ਪ੍ਰਾਰਬਧ ਬਣਾਈ ਹੈ। ਆਵਰ ਤਿਆਗ ਤੂੰ ਤਿਸਹਿ ਚਿਤਾਰ। ਹੋਰ ਸਭ ਕੁਝ ਸੰਸਾਰ ਦਾ ਵਿਰਲਾਪ ਕਰਨਾ ਛੱਡ ਕੇ, ਈਰਖਾ ਦਵੇਸ਼ ਇਹ ਭਾਵਨਾ ਹੰਕਾਰ ਕਰਨਾ ਛੱਡ ਕੇ ਮਹਾਰਾਜ ਕਹਿੰਦੇ ਤੂੰ ਤਿਸਹਿ ਚਿਤਾਰ। ਹੇ ਮਨ ਤੂੰ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਪ੍ਰਮਾਤਮਾ ਦਾ ਚਿੰਤਨ ਕਰਿਆ ਕਰ, ਵਾਹਿਗੁਰੂ ਸ਼ਬਦ ਦਾ ਜਾਪ ਕਰਿਆ ਕਰ, ਕਿਉਂਕਿ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਪਰਮਾਤਮਾ ਦੀ ਲਿਖੀ ਹੋਈ ਲਿਖਤ ਨੂੰ ਕੋਈ ਮਿਟਾ ਤੇ ਨਹੀਂ ਸਕਦਾ, ਪਰ ਸੂਲੀ ਤੋਂ ਸੂਲ ਦੇ ਵਿੱਚ ਭੁਗਤਾਉਣ ਵਾਲਾ ਗੁਰੂ ਕਾ ਸ਼ਬਦ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਅਵਰ ਤਿਆਗ ਤੂੰ ਤਿਸਹਿ ਚਿਤਾਰ। ਹੇ ਮੇਰੇ ਮਨਾ ਤੂੰ ਸਭ ਕੁਝ ਇਹ ਗਿਣਤੀਆਂ ਮਿਣਤੀਆਂ ਛੱਡ ਕੇ ਰੱਬ ਨੂੰ ਚੇਤੇ ਕਰਿਆ ਕਰ, ਵਾਹਿਗੁਰੂ ਜੀ ਦਾ ਚਿੰਤਨ ਕਰਿਆ ਕਰ। ਜੋ ਕਛ ਕਰੈ ਸੋਈ ਸੁਖ ਮਾਨ। ਜੋ ਕੁਝ ਪ੍ਰਮਾਤਮਾ ਕਰਦਾ ਹੈ ਉਹਦੇ ਵਿੱਚ ਹੀ ਸੁਖ ਮੰਨ, ਉਹਦੇ ਵਿੱਚ ਭਲਾ ਮੰਨ ਕਿ ਮੇਰਾ ਇਹਦੇ ਵਿੱਚ ਭਲਾ ਹੈ। ਜੋ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹੈ, ਜੋ ਸਤਿਗੁਰੂ ਜੀ ਸਿੱਖਿਆ ਦ੍ਰਿੜ ਕਰਵਾਉਂਦੇ ਹੈ, ਉਸ ਨੂੰ ਭਲਾ ਮੰਨ ਕੇ ਮੇਰਾ ਇਹਦੇ ਵਿੱਚ ਹੀ ਭਲਾ ਹੈ। ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਸਾਹਿਬ ਜੀ ਸਭ ਦਾ ਭਲਾ ਮਨਾਉਂਦੇ ਆ, ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ। ਤੇ ਫਿਰ ਇਹ ਜੀਵ ਤੇਰਾ ਬੁਰਾ ਕਿਵੇਂ ਹੋ ਜਾਵੇਗਾ? ਇਹ ਤੇਰੀ ਸੋਚ ਹੈ। ਤੁਸ਼ ਬੁੱਧੀ ਕਰਕੇ ਤੂੰ ਬਾਰ-ਬਾਰ ਐਵੇਂ ਅਣਗਹਿਲੀ ਕਰਕੇ ਤੂੰ ਐਵੇਂ ਸੋਚਦਾ ਰਹਿੰਦਾ। ਕਈ ਵਾਰ ਸਾਧ ਸੰਗਤ ਜੀ ਜੋ ਹੁਕਮਨਾਮਾ ਸਾਹਿਬ ਵੀ ਕਈ ਵਾਰ ਜੋ ਸਾਡੇ ਮਨ ਦੇ ਅਨੁਕੂਲ ਨਾ ਆਵੇ ਤੇ ਵਜ਼ੀਰ ਸਿੰਘ ਦੀਆਂ ਰਗਾਂ ਫੜਨ ਤੱਕ ਅਸੀਂ ਚਲੇ ਜਾਂਦੇ ਹਾਂ ਕਿ ਬਾਬਾ ਤੂੰ ਹੁਕਮਨਾਮਾ ਨਹੀਂ ਚੰਗਾ ਦਿਆ। ਪਰ ਜੋ ਸਤਿਗੁਰੂ ਜੀ ਨੇ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਸਭ ਦੇ ਲਈ ਸਾਂਝਾ ਹੁੰਦਾ। ਐਵੇਂ ਕਿਸੇ ਤੇ ਗੇਲਾ ਨਹੀਂ ਕਰਨਾ ਚਾਹੀਦਾ। ਇਹ ਸਾਡੀ ਬੇਸਮਝੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰਦੇ ਜੋ ਕਛ ਕਰੈ ਸੋਈ ਸੁਖ ਮਾਨ। ਇਹ ਜੀਵ ਜੋ ਕੁਝ ਪ੍ਰਮਾਤਮਾ ਜੀਵਨ ਦੇ ਵਿੱਚ ਵਰਤਾ ਰਹੇ ਹੈ ਉਹਨੂੰ ਨਿਸ਼ਚਿਤ ਕਰਕੇ ਸੁਖ ਮੰਨ ਲੈ ਕਿ ਇਹਦੇ ਵਿੱਚ ਹੀ ਮੈਨੂੰ ਪ੍ਰਮਾਤਮਾ ਦੇ ਭਾਣੇ ਵਿੱਚ ਮੰਨਣ ਦੇ ਕਰਕੇ ਹੀ ਸੁਖ ਹੈ। ਪਰਮੇਸ਼ਰ ਦੇ ਭਾਣੇ ਵਿੱਚ ਚੱਲਣ ਕਰਕੇ ਹੀ ਮੈਨੂੰ ਸੁਖ ਪ੍ਰਾਪਤ ਹੋਣ ਵਾਲਾ ਹੈ। ਭੂਲਾ ਕਾਹੇ ਫਿਰਹਿ ਅਜਾਨ। हे ਜੀਵ ਅਣਜਾਣ ਬਣ ਕੇ ਐਵੇਂ ਕਿਉਂ ਤੂੰ ਭੁੱਲਾ ਹੋਇਆ ਫਿਰ ਰਿਹਾ ਹੈ? ਪਰਮਾਤਮਾ ਨੂੰ ਕਿਉਂ ਤੂੰ ਭੁਲਾਈ ਬੈਠਾ ਹੈ? ਪਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ? ਤੂੰ ਐਵੇਂ ਅਣਜਾਣਪੁਣੇ ਵਿੱਚ ਲੱਗ ਕੇ ਰੱਬ ਨੂੰ ਭੁਲਾਈ ਬੈਠਾ ਹੈ ਕਿ ਹੁਣ ਨਹੀਂ ਜਪਣਾ, ਫਿਰ ਕਿਤੇ ਪਰਮਾਤਮਾ ਦਾ ਨਾਮ ਜਪ ਲਵਾਂਗੇ। ਅਜੇ ਤਾਂ ਐਸ਼ੋ ਆਰਾਮ ਕਰਨ ਦਾ ਸਮਾਂ, ਰੰਗਾਂ ਦੀ ਦੁਨੀਆ ਵਿੱਚ ਦੇਖਣ ਦਾ ਸਮਾਂ, ਨਾਚ ਤਮਾਸ਼ੇ ਲੱਚਰਪਣਾ ਦੇਖਣ ਦਾ ਸਮਾਂ, ਫਿਰ ਬੁੱਢੇ ਹੋ ਕੇ ਮਾਲਾ ਹੀ ਫੇਰਨੀ ਹੈ। ਮਹਾਰਾਜ ਹਜੂਰ ਕਹਿੰਦੇ ਤੂੰ ਅਣਜਾਣ ਹੈ ਕਿਉਂਕਿ ਇਸ ਸਮੇਂ ਦਾ ਕੋਈ ਪਤਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 52 ਅੱਖਰੀ ਵਿੱਚ ਫਰਮਾਨ ਕੀਤਾ, ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਈ ਪਰੈ ਜਮ ਫੰਦ। ਕਿ ਪਤਾ ਨਹੀਂ ਬਾਲਕ ਅਵਸਥਾ, ਜਵਾਨੀ ਦੀ ਅਵਸਥਾ ਜਾਂ ਫਿਰ ਬੁਢੇਪੇ ਦੀ ਅਵਸਥਾ ਵਿੱਚ
ਜਮਾ ਨੇ ਗਲ ਵਿੱਚ ਆ ਕੇ ਫਾਹਾ ਪਾ ਦੇਣਾ ਹੈ। ਇਹਦਾ ਕੋਈ ਸਮੇਂ ਦਾ ਪਤਾ ਥੋੜ੍ਹਾ, ਕੋਈ ਬੁੱਝ ਨਹੀਂ ਸਕਦਾ। ਫਿਰ ਮਹਾਰਾਜ ਕਹਿੰਦੇ ਤੂੰ ਕਿਉਂ ਅਣਜਾਣ ਹੋ ਕਰਕੇ ਤੇ ਪਰਮਾਤਮਾ ਨੂੰ ਭੁਲਾਈ ਬੈਠਾ ਹੈ, ਕਿਉਂ ਨਹੀਂ ਰੱਬ ਨੂੰ ਚੇਤੇ ਕਰਦਾ। ਕੌਣ ਬਾਸਤ ਆਈ ਤੇਰਾ ਸੰਗ। ਇਹ ਜੀਵ ਕਿਹੜੀ ਵਸਤੂ ਹੈ ਜੋ ਤੇਰੇ ਨਾਲ ਸੰਸਾਰ ਦੇ ਵਿੱਚ ਆਈ ਸੀ ਜਦੋਂ ਤੇਰਾ ਜਨਮ ਹੋਇਆ? ਦੱਸ ਕਾਂ ਕਿਹੜੀ ਵਸਤੂ ਹੈ ਜੋ ਤੇਰੇ ਨਾਲ ਸੰਸਾਰ ਦੇ ਵਿੱਚ ਜਨਮੀ ਸੀ? ਲਪਟ ਰਹਿਓ ਰਸ ਲੋਭੀ ਪਤੰਗ। ਜੇ ਕੁਝ ਨਾਲ ਆਇਆ ਹੀ ਨਹੀਂ ਤੇ ਇਥੋਂ ਜਾਣਾ ਵੀ ਕੁਝ ਨਹੀਂ ਹੈ। ਜਿਸ ਨੂੰ ਸਭ ਕੁਝ ਤੂੰ ਆਪਣਾ ਮੰਨੀ ਬੈਠਾ ਹੈ, ਲਪਟ ਰਸਿਓ ਰਸ ਲੋਭੀ ਪਤੰਗ। ਮਹਾਰਾਜ ਕਹਿੰਦੇ ਜਿਵੇਂ ਪਤੰਗਾ ਲਾਟ ਨੂੰ ਦੇਖ ਕਰਕੇ ਮੋਹਿਤ ਹੋ ਜਾਂਦਾ ਹੈ, ਆਪਾਂ ਕੁਰਬਾਨ ਕਰ ਦਿੰਦਾ, ਆਪਣੇ ਸਰੀਰ ਦਾ ਵੀ ਉਹਨੂੰ ਪਤਾ ਨਹੀਂ ਲੱਗਦਾ। ਇੱਦਾਂ ਮਹਾਰਾਜ ਕਹਿੰਦੇ ਸੰਸਾਰ ਦੀ ਸੁੰਦਰਤਾ ਦੇਖ ਕਰਕੇ ਇਹਨਾਂ ਸਰੀਰਾਂ ਦਾ ਤੂੰ ਮੋਹ ਕਰ ਕਰਕੇ ਇਹ ਜੀਵ ਮੋਹਿਤ ਹੋਇਆ ਪਿਆ ਹੈ। ਪਤੰਗੇ ਦੀ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਜਿਹੜੀ ਹੈ ਅਜਾਈ ਇਸੇ ਤਰ੍ਹਾਂ ਹੀ ਲੰਘਾਈ ਜਾ ਰਹੇ ਹੈ, ਮੌਰ ਦੇ ਮੂੰਹ ਵਿੱਚ ਪੈਂਦਾ ਜਾ ਰਹੇ ਹੈ। ਪਰਮਾਤਮਾ ਨੂੰ ਕਦੇ ਚੇਤਾ ਨਹੀਂ ਕਰਦਾ। ਸੰਸਾਰ ਦੇ ਵਿਸ਼ੇ ਰਸਾਂ ਨੂੰ ਭੋਗਣ ਦੇ ਵਿੱਚ ਇਹ ਜੀਵ ਤੂੰ ਮੋਹਿਤ ਹੋਇਆ ਹੈ। ਰਾਮ ਨਾਮ ਜਪ ਹਿਰਦੇ ਮਾਹੇ। ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਹਿਰਦੇ ਕਰਕੇ ਜਪਣਾ ਕਰ। ਹਿਰਦੇ ਵਿੱਚ ਜਿਵੇਂ ਤਨ ਕਰਕੇ ਜਪਦਾ ਤਿਵੇਂ ਮਨ ਕਰਕੇ ਵੀ ਹਿਰਦੇ ਹੋ ਕੇ ਰੱਬ ਨੂੰ ਚੇਤੇ ਕਰਿਆ ਕਰ। ਨਾਨਕ ਪਤ ਸੇਤੀ ਘਰ ਜਾਹੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਇਹ ਜੀਵ ਤੂੰ ਪਤ ਇੱਜ਼ਤ ਸਹਿਤ ਵਾਹਿਗੁਰੂ ਜੀ ਦੇ ਸਰੂਪ ਰੂਪੀ ਘਰ ਵਿੱਚ ਚਲਾ ਜਾਵੇਂਗਾ। ਕਦੇ ਜ਼ਿੰਦਗੀ ਵਿੱਚ ਕੋਈ ਦਾਗ ਨਹੀਂ ਲੱਗੇਗਾ। ਬੇਦਾਗ ਹੋ ਕੇ ਉਜਲ ਜੀਵਨ ਵਾਲਾ ਹੋ ਕੇ ਪਰਮਾਤਮਾ ਦੇ ਘਰ ਵਿੱਚ ਚਲਾ ਜਾਵੇਂਗਾ ਜੇ ਹਿਰਦੇ ਕਰਕੇ ਵਾਹਿਗੁਰੂ ਦਾ ਜਾਪ ਕਰੇਗਾ। ਜਿਸ ਵਖਰ ਕੋ ਲੈਨ ਤੂੰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਸ ਵਾਹਿਗੁਰੂ ਦੇ ਸਰੂਪ ਰੂਪੀ ਵਸਤੂ ਨੂੰ ਲੈਣ ਦੇ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਹੈ ਪਰਮਾਤਮਾ ਦੇ ਨਾਲ ਮਿਲਣ ਦੀ। ਜਿਸ ਵਖਰ ਕਉ ਲੈਨ ਤੂੰ ਆਇਆ, ਵਖਰ ਵਸਤੂ ਕਹਿ ਲਈਏ, ਪਦਾਰਥ ਕਹਿ ਲਈਏ, ਜਿਸ ਪ੍ਰਮਾਤਮਾ ਦੇ ਸਰੂਪ ਰੂਪੀ ਪਦਾਰਥ ਨੂੰ ਪਾਉਣ ਦੇ ਲਈ ਲੈਣ ਦੇ ਵਾਸਤੇ ਸੰਸਾਰ ਵਿੱਚ ਆਇਆ ਹੈ। ਰਾਮ ਨਾਮ ਸੰਤਨ ਘਰ ਪਾਇਆ। ਇਹ ਜੀਵ ਉਹ ਰਮੇ ਹੋਏ ਪ੍ਰਮਾਤਮਾ ਦਾ ਨਾਮ ਉਸ ਵਖਰ ਨੂੰ ਵਸਤੂ ਨੂੰ ਪਾਉਣ ਦੇ ਵਾਸਤੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਕਰਨਾ ਕਰ। ਰਾਮ ਨਾਮ ਸੰਤਨ ਘਰ ਪਾਇਆ। ਹਿਰਦੇ ਰੂਪ ਘਰ ਵਿੱਚ ਨਾਮ ਦੀ ਦਾਤ ਪਾਉਣ ਦੇ ਵਾਸਤੇ ਸਤਿਪੁਰਸ਼ਾਂ ਦੀ ਸੰਗਤ ਕਰਿਆ ਕਰ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਹੈ। ਕਿਉਂਕਿ ਜਿਸ ਦੁਕਾਨਦਾਰ ਦੇ ਕੋਲ ਜਿਹੋ ਜਿਹਾ ਸੌਦਾ ਹੋਵੇਗਾ ਉਹ ਕੁਝ ਦੇਵੇਗਾ ਨਾ। ਇਹ ਥੋੜਾ ਕਿ ਬਜਾਜੀਆਂ ਦੀ ਦੁਕਾਨ ਤੋਂ ਸਬਜ਼ੀ ਮਿਲ ਜਾਵੇਗੀ ਤੇ ਸਬਜ਼ੀ ਵਾਲੇ ਕੋ ਕਪੜਾ ਮਿਲ ਜਾਵੇਗਾ ਨਾ। ਸੁਨਿਆਰੇ ਕੋਲੋਂ ਲੋਹਾ ਤੇ ਲੋਹਾਰ ਦੇ ਕੋਲ ਸੋਨਾ ਮਿਲੇਗਾ ਨਹੀਂ। ਜਿਹੋ ਜਿਹਾ ਜਿਸ ਕੋਲ ਸਾਧ ਸੰਗਤ ਜੀ ਸੌਦਾ ਉਹੋ ਜਿਹਾ ਉਹ ਵਪਾਰ ਕਰਦਾ ਹੈ। ਤੇ ਜਿਹਦਾ ਆਪਣਾ ਹੀ ਮਨ ਨਹੀਂ ਅਜੇ ਟਿਕਿਆ, ਜਿਸ ਨੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਹੀ ਨਹੀਂ ਟਿਕਾਇਆ, ਇਹ ਜੀਵ ਤੇਰੇ ਮਨ ਨੂੰ ਕਿਵੇਂ ਟਿਕਾ ਦੇਵੇਗਾ। ਇਸ ਲਈ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਹੈ, ਮਹਾਰਾਜ ਕਹਿੰਦੇ ਤਿਨਾਂ ਸਤਿਪੁਰਸ਼ਾਂ ਦੀ ਸੰਗਤ ਕਰਿਆ ਕਰ। ਉਸ ਨਾਮ ਕਰਕੇ ਹੀ ਨਾਮੀ ਪ੍ਰਮਾਤਮਾ ਦੀ ਸਰੂਪ ਰੂਪੀ ਵਖਰ ਨੂੰ ਪਾ ਲਵੇਂਗਾ। ਤਜ ਅਭਿਮਾਨ ਲੇਹੋ ਮਨ ਮੋਲ। ਇਹ ਜੀਵ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਰੂਪੀ ਵਖਰ ਪ੍ਰਾਪਤ ਕਰਨਾ ਹੈ ਨਾ, ਇਹ ਤਜ ਅਭਿਮਾਨ, ਪਹਿਲਾਂ ਜਾਤੀ ਅਭਿਮਾਨ, ਦੇਹੀ ਅਭਿਮਾਨ, ਗੁਣਾਂ ਦਾ, ਗਿਆਨ ਦਾ, ਸਿਆਣਪਾਂ ਦਾ ਸਭ ਹੰਕਾਰ ਛੱਡ ਦੇਣਾ ਕਰ। ਇਹੋ ਜਾਣਨਾ ਕਰਕੇ ਮੁੱਲ ਇਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰਨਾ ਹੈ। ਇਹ ਮਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਅਰਪਣ ਕਰਨ ਦੇ ਲਈ ਪਹਿਲਾਂ ਦੇਹੀ ਦਾ ਅਭਿਮਾਨ ਛੱਡਣਾ ਪਵੇਗਾ। ਤਜ ਅਭਿਮਾਨ ਲੇਹੋ ਮਨ ਮੋਲ। ਮਹਾਰਾਜ ਕਹਿੰਦੇ ਹਨ ਕਿ ਅਭਿਮਾਨ, ਗੁਣਾਂ ਦਾ, ਹੰਕਾਰ ਦਾ ਸਭ ਛੱਡ ਦੇਣਾ ਕਰ। ਕਿਉਂਕਿ ਮਾਣ ਕਰਨਾ ਸਾਧ ਸੰਗਤ ਜੀ ਕਿਸੇ ਵੀ ਚੀਜ਼ ਦਾ ਮਾੜਾ ਹੈ। ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਹੰਕਾਰ ਕਰਦਾ, ਕਿਸੇ ਵੀ ਪੱਖੋਂ ਕੋਈ ਮਾਣ ਕਰਦਾ,
ਹਜੂਰ ਕਹਿੰਦੇ ਉਹ ਮਾੜਾ ਹੈ। ਉਹ ਮਾਣ ਹੀ ਜੀਵ ਨੂੰ ਸੰਸਾਰ ਸਮੁੰਦਰ ਦੇ ਵਿੱਚ ਲੈ ਡੁੱਬਦਾ ਹੈ। ਇਸ ਕਰਕੇ ਇਹ ਜੀਵ ਇਹੋ ਤੇਰੇ ਵਾਸਤੇ ਮੁੱਲ ਭੇਟ ਕਰਨ ਦੀ ਤਰ੍ਹਾਂ ਹੈ, ਜੋ ਦੇਹੀ ਦਾ ਗੁਣਾ ਗਿਆਨ ਦਾ ਮਾਣ ਜਿਹੜਾ ਤਿਆਗ ਦੇਣਾ ਹੈ। ਰਾਮ ਨਾਮ ਹਿਰਦੇ ਮਹਿ ਤੋਲ। ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਤੋਲਣਾ ਕਰ, ਵਿਚਾਰਨਾ ਕਰ ਕਿ ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਵਿੱਚ ਵਸਿਆ ਵੀ ਹੈ ਕਿ ਨਹੀਂ। ਐਵੇਂ ਉਦਾਂ ਹੀ ਮੈਂ ਹੰਕਾਰ ਕਰਦਾ ਰਹਿਣਾ, ਜੇ ਮੇਰੇ ਅੰਦਰ ਤਾਂ ਪਰਮੇਸ਼ਰ ਦਾ ਨਾਮ ਵਸ ਗਿਆ, ਮੇਰੇ ਵਿੱਚ ਹਿਰਦੇ ਅੰਦਰ ਤਾਂ ਹਰ ਸਮੇਂ ਯਾਦ ਪਰਮਾਤਮਾ ਦੀ ਰਹਿੰਦੀ ਹੈ। ਸਾਨੂੰ ਕੀ ਬਾਣੀ ਪੜ੍ਹਨ ਦੀ ਲੋੜ ਹੈ। ਮਹਾਰਾਜ ਕਹਿੰਦੇ ਰਾਮ ਨਾਮ ਹਿਰਦੇ ਮਹਿ ਤੋਲ। ਰਮੇ ਹੋਏ ਵਾਹਿਗੁਰੂ ਦੇ ਨਾਮ ਨੂੰ ਵਿਚਾਰ, ਹਿਰਦੇ ਕਰਕੇ ਵਿਚਾਰ ਕਰਿਆ ਕਰ ਕਿ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਉੱਚਾ ਹੈ, ਸਭ ਤੋਂ ਸੁੱਚਾ ਹੈ। ਸਾਰਾ ਸੰਸਾਰ ਮਿਥਿਆ ਹੈ। ਇੱਕ ਵਾਹਿਗੁਰੂ ਦਾ ਨਾਮ ਹੀ ਸਦੀਵੀ ਕਾਲ ਵਾਸਤੇ ਮੇਰੇ ਨਾਲ ਨਿਭਣ ਵਾਲਾ ਹੈ। ਲਾਦ ਖੇਪ ਸੰਤ ਹੈ ਸੰਗ ਚਾਲ। ਇਹ ਜੀਵ ਜਿਹੜੀ ਖੇਪ ਪੂੰਜੀ ਹੈ ਨਾ, ਇਹ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਇਹਨੂੰ ਲੱਦ ਕਰਕੇ ਚੱਲਣਾ ਕਰ, ਭਾਵ ਜੀਵਨ ਦੇ ਵਿੱਚ ਧਾਰਨ ਕਰ। ਸੰਤ ਹੈ ਸੰਗ ਚਾਲ, ਜਿਹੜੀ ਸੰਤਾਂ ਮਹਾਂਪੁਰਖਾਂ ਦੀ ਚਾਲ ਮਰਜ਼ਾਦਾ ਹੈ। ਜਿਵੇਂ ਸਤਿਗੁਰੂ ਜੀ ਦਾ ਉਹ ਬਚਨ ਕਮਾਉਂਦੇ ਆ ਨਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਜੋ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਦੀ ਮਰਜ਼ਾਦਾ ਦਰਸਾਈ ਹੈ। ਹਜੂਰ ਕਹਿੰਦੇ ਜੋ ਇਹ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਂਦੇ ਹੈ, ਤਿਨਾਂ ਦੀ ਸੰਗਤ ਕਰਕੇ ਇਹ ਜੀਵ ਤੂੰ ਵੀ ਉਹ ਸਿੱਖਿਆ ਨੂੰ ਧਾਰਨ ਕਰ। ਕਿਉਂਕਿ ਮਨੁੱਖ ਜਿਹੋ ਜਿਹੀ ਸੰਗਤ ਕਰਦਾ ਉੱਦਾਂ ਦਾ ਰੰਗ ਚੜ੍ਹਦਾ। ਤੇ ਜੇਕਰ ਆਲਸੀਆਂ ਦੀ ਸੰਗਤ ਕਰੇਗਾ ਤੇ ਮਨ ਨੇ ਆਲਸੀ ਬਣਨਾ। ਜੇ ਉਦਮੀਆਂ ਦੀ ਸੰਗਤ ਕਰੇਗਾ, ਮਨ ਵਿੱਚ ਸੁਭਾਵਿਕ ਹੀ ਉਦਮ ਆਵੇਗਾ। ਇਸ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਲਾਦ ਖੇਪ ਸੰਤ ਹੈ ਸੰਗ ਚਾਲ। ਇਹ ਜੀਵਾ ਜੋ ਸ਼ੁਭ ਕਰਨੀ ਨੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਲੱਦ ਕਰਕੇ ਸੰਸਾਰ ਤੋਂ ਕੂਚ ਕਰਕੇ ਚੱਲਣਾ ਕਰ। ਆਵਰ ਤਿਆਗ ਵਿਖਿਆ ਜੰਜਾਲ। ਹੋਰ ਜਿੰਨੇ ਵੀ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਜੰਜਾਲ ਹੈ ਨਾ, ਉਹਨਾਂ ਦਾ ਤਿਆਗ ਕਰ ਦੇਣਾ ਕਰ। ਜਿੰਨੇ ਵੀ ਬੇਕ ਜ਼ਹਿਰ ਦੀ ਤਰ੍ਹਾਂ ਮਾਇਆ ਦੇ ਸੰਸਾਰ ਦੇ ਜੰਜਾਲ ਹਨ। ਠੀਕ ਹੈ, ਇਹ ਜੀਵ ਨੂੰ ਕਿਰਤ ਵੀ ਕਰਨੀ ਹੈ, ਪਰ ਸਾਧ ਸੰਗਤ ਜੀ ਜੇ ਚਿੱਤ ਨੂੰ ਸੰਸਾਰ ਦੇ ਵਿੱਚ ਜੋੜ ਕਰਕੇ ਰੱਖੇ, ਮਹਾਰਾਜ ਕਹਿੰਦੇ ਫਿਰ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ। ਜੇ ਕਿਰਤ ਕਰਦਿਆਂ ਹੋਇਆਂ ਰੱਬੀ ਜਾਤ ਵਿੱਚ ਜੁੜਦਾ ਤੇ ਕੀਤੀ ਹੋ ਕਿਰਤ ਵੀ ਸਫਲੀ ਹੋ ਜਾਂਦੀ ਹੈ। ਕਮਾਈ ਹੋ ਕਰਮ ਧਰਮ ਵੀ ਉਹ ਜੀਵ ਦੇ ਸਫਲੇ ਹੋ ਜਾਂਦੇ ਹਨ। ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ। ਜੋ ਪਰਮੇਸ਼ਰ ਦਾ ਨਾਮ ਜਪਦੇ ਸਭ ਕੁਝ ਉਹਨਾਂ ਦਾ ਸਫਲਾ ਹੋ ਜਾਂਦਾ ਹੈ। ਕੀਤੇ ਹੋ ਕਰਮ ਧਰਮ ਵੀ ਸਫਲੇ ਹੋ ਜਾਂਦੇ ਆ। ਧੰਨ ਧੰਨ ਕਹੈ ਸਭ ਕੋਏ। ਹਜੂਰ ਆਖ ਰਹੇ ਆ ਉਹਨਾਂ ਜੀਵਾਂ ਨੂੰ ਹਰ ਕੋਈ ਧੰਨਤਾ ਜੋ ਕਹਿੰਦਾ ਹੈ, ਉਹਨਾਂ ਦੇ ਮਾਤਾ ਪਿਤਾ ਨੂੰ ਵੀ ਧੰਨਤਾ ਜੋ ਕਹਿੰਦਾ ਹੈ, ਉਹਨਾਂ ਨੂੰ ਸਾਰੀ ਕੁਲ ਨੂੰ ਹੀ ਧੰਨਤਾ ਦੇ ਜੋ ਕਿਹਾ ਜਾਂਦਾ ਹੈ। ਮੁਖ ਊਜਲ ਹਰ ਦਰਗਹਿ ਸੋਏ। ਜਿਨ੍ਹਾਂ ਦਾ ਮੁਖ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਜਲਾ ਹੋ ਜਾਂਦਾ ਹੈ, ਜੋ ਲੋਕ ਪਰਲੋਕ ਦੇ ਵਿੱਚ ਉਜਲ ਜੀਵਨ ਵਾਲੇ ਹਨ। ਹਜੂਰ ਕਹਿੰਦੇ ਹਰ ਕੋਈ ਉਹਨਾਂ ਨੂੰ ਧੰਨਤਾ ਦੇ ਯੋਗ ਆਖਦਾ ਹੈ। ਧੰਨ ਭਈ ਤਿਨ ਕੀ ਜਨਨੀ ਕਰਤਾਰਤ ਤਾਂ ਜਗ ਬੇਦਨ ਗਾਈ। ਮਹਾਰਾਜ ਕਹਿੰਦੇ ਜਗ ਧੰਨ ਭਏ ਤਿਨ ਮੀਤ ਸਖਾਈ, ਕਿ ਸੰਸਾਰ ਦੇ ਅੰਦਰ ਉਹਨਾਂ ਦੇ ਮਿੱਤਰ ਵੀ ਸਕੇ ਸੰਬੰਧੀ ਵੀ ਧੰਨਤਾ ਦੇ ਯੋਗ ਬਣ ਜਾਂਦੇ ਹਨ। ਉਹਨਾਂ ਨੂੰ ਜਨਮ ਦੇਣ ਵਾਲੀ ਧੰਨਤੀ ਮਾਂ ਜੋ ਜਨਨੀ ਹੈ ਉਹ ਵੀ ਧੰਨਤਾ ਦੇ ਯੋਗ ਹੋ ਜਾਂਦੀ ਹੈ। ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਮੁਖ ਉਜਲ ਹਰ ਦਰਗਹਿ ਸੋਏ। ਉਹਨਾਂ ਨੂੰ ਸੱਚੀ ਸੋਭਾ ਪ੍ਰਾਪਤ ਹੁੰਦੀ ਹੈ। ਲੋਕ ਪਰਲੋਕ ਦੇ ਵਿੱਚ ਇਹਨਾਂ ਦਾ ਮੁਖ ਉਜਲਾ ਹੋ ਜਾਂਦਾ ਹੈ।
ਜੋ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਅੰਦਰ ਵਸਾ ਲੈਂਦੇ ਆ। ਇਹੋ ਵਾਪਾਰ ਵਿਰਲਾ ਵਾਪਾਰੈ। ਪਰ ਪਰਮੇਸ਼ਰ ਦੇ ਨਾਮ ਦਾ ਵਪਾਰ ਕੋਈ ਵਿਰਲਾ ਹੀ ਕਰਦਾ ਹੈ। ਮਹਾਰਾਜ ਕਹਿੰਦੇ ਹਰ ਕੋਈ ਨਹੀਂ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦਾ। ਹਰ ਕੋਈ ਜੀਵ ਨਹੀਂ ਵਾਹਿਗੁਰੂ ਦਾ ਨਾਮ ਜਪ ਕੇ ਤੇ ਹੋਰ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦਾ, ਕੋਈ ਵਿਰਲਾ ਹੀ ਹੈ। ਕੋਈ ਕਿਸੇ ਦਾ ਤਰ੍ਹਾਂ ਵਪਾਰ ਕਰਦਾ ਹੈ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਗ ਸੁਪਾਰੀ, संतो बन जिया नाम गोबिंद का, ऐसी खेप हमारी, हर के नाम के व्यापारी, हीरा हाथ चढ़िया निर्मोलक, टूट गई संसारी। उन्हां दी चित दी बिरती संसार दे नालों टुट गई है। वाहिगुरू दे नाम रूप हीरे दे नाल अमोलक जान करके तिन्हां ने परमेश्वर दे नाम नाल चित बिरती नूं जोड़िया है। पर महाराज कहंदे हर कोई नहीं, विरले है परमेश्वर दे नाम दे ऐसे जो व्यापारी ਹਨ। ਨਾਨਕ ਤਾਕੈ ਸਾਧ ਬਲਿਹਾਰੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੋ ਨਾਮ ਦਾ ਵਪਾਰ ਕਰਦੇ ਹਨ ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਮਨ ਬਾਣੀ ਸਰੀਰ ਕਰਕੇ ਜੋ ਮਹਾਰਾਜ ਸਾਹਿਬ ਜੀ ਦੀ ਪਰਾਇਣ ਹੋ ਕਰਕੇ ਨਾਮ ਦੀ ਦਾਤ ਲੈਂਦੇ ਹੈ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੰਸਾਰ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਆ, ਤਿਨਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਚਰਨ ਸਾਧ ਕੇ ਧੋਏ ਧੋਏ ਪੀਓ। ਇਹ ਜੀਵਾ ਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋ ਸੰਤ ਰੂਪ ਹਨ, ਭਲੇ ਰੂਪ ਹਨ, ਸਾਰੀ ਸ੍ਰਿਸ਼ਟੀ ਦਾ ਜਿਨ੍ਹਾਂ ਨੇ ਭਲਾ ਕੀਤਾ ਹੈ। ਕਿਸੇ ਵੀ ਮਜ਼ਹਬ ਨਾਲ, ਕਿਸੇ ਵਰਣ ਨਾਲ, ਕਿਸੇ ਜਾਤੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਕਦੇ ਵੀ ਵਿਤਕਰਾ ਨਹੀਂ ਕੀਤਾ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜ਼ਾਹਰ ਪੀਰ ਜਗਤ ਗੁਰ ਬਾਬਾ। ਕੋਈ ਮਹਾਰਾਜ ਨੂੰ ਪੀਰ ਕਹਿੰਦਾ ਕਿ ਸਾਡੇ ਪੀਰ ਹਨ, ਕੋਈ ਕਹਿੰਦਾ ਸਾਡਾ ਬਾਬਾ ਗੁਰੂ ਹੈ, ਕੋਈ ਕਹਿੰਦਾ ਜੀ ਨਹੀਂ ਸਾਡੇ ਗੁਰੂ ਹਨ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦਾ ਸਤਿਨਾਮ ਦਾ ਮੰਤਰ ਜਪਾਇਆ ਹੈ। ਇਸ ਕਰਕੇ ਸਭ ਦੇ ਸਾਂਝੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਧੂ ਰੂਪ ਹਨ। ਕਿਉਂਕਿ ਇਹ ਪੂਰਨ ਸਾਧੂ ਤੋਂ ਬਿਨਾਂ ਕਹਿੰਦੇ ਕਿ ਸੰਸਾਰ ਦੇ ਅੰਦਰ ਜਿਹੜੇ ਪਾਪ ਕਰਮ ਹੈ ਉਹਨਾਂ ਨੂੰ ਕੋਈ ਠੱਲ ਨਹੀਂ ਪਾ ਸਕਦਾ। ਸੰਸਾਰ ਦੇ ਅੰਦਰ ਜਿੰਨੇ ਅਤਿਆਚਾਰ ਪਾਪ ਕਰਮ ਹੋ ਰਹੇ ਹੈ ਇਹ ਧਰਤੀ ਸਾਧ ਸੰਗਤ ਜੀ ਸਾਰੇ ਜੀਵਾਂ ਨੂੰ ਗਰਕ ਕਰ ਦੇਵੇ ਪਾਣੀ ਦੇ ਵਿੱਚ ਡੋਬ ਕਰਕੇ। ਪਰ ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਆ, ਕਹਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਵਰਗਾ ਸਾਧੂ ਕੋਈ ਸੰਸਾਰ ਦੇ ਅੰਦਰ ਨਜ਼ਰ ਨਹੀਂ ਆਇਆ। ਜੋ ਪੂਰਨ ਸਾਧੂ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੈ। ਇਸ ਪ੍ਰਕਾਰ ਸਾਧੂ ਤੋਂ ਬਿਨਾਂ ਮਹਾਰਾਜ ਕਹਿੰਦੇ ਇਹ ਧਰਤੀ ਦੇ ਪਾਪ ਕਰਮਾਂ ਨੂੰ ਥੰਮਿਆ ਨਹੀਂ ਜਾ ਸਕਦਾ, ਇਹ ਧਰਤੀ ਨੂੰ ਰੋਕਿਆ ਨਹੀਂ ਜਾ ਸਕਦਾ, ਨਹੀਂ ਤੇ ਸਭ ਨੂੰ ਡੋਬ ਕਰਕੇ ਪਾਣੀ ਵਿੱਚ ਬੇੜਾ ਕਰਕ ਕਰ ਦੇਵੇ ਜਿੰਨੇ ਅਤਿਆਚਾਰ ਜਿੰਨੇ ਪਾਪ ਕਰਮ ਹੁੰਦੇ ਪਏ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ ਸਾਧ ਚਰਨ ਸਾਧ ਕੇ ਧੋਏ ਧੋਏ ਪੀਓ। ਇਹ ਜੀਵ ਆਪਣੇ ਹਿਰਦੇ ਅੰਦਰ ਪ੍ਰੇਮ ਵੈਰਾਗ ਰੂਪੀ ਜਲ ਧਾਰਨ ਕਰ। ਜਿਸ ਪ੍ਰੇਮ ਰੂਪੀ ਜਲ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਨਾਮ ਰੂਪੀ ਚਰਨਾਂ ਨੂੰ ਬਾਰ-ਬਾਰ ਧੋ ਕਰਕੇ ਅੰਮ੍ਰਿਤ ਜਾਣ ਕਰਕੇ ਪੀਣਾ ਕਰ। ਸਤਿਗੁਰੂ ਜੀ ਦੇ ਚਰਨ ਹੀ ਮਹਾਰਾਜ ਸਾਹਿਬ ਜੀ ਦੇ ਨਾਮ ਹਨ। ਅਰਪ ਸਾਧ ਕਉ ਆਪਣਾ ਜੀਓ। ਮਨ ਬਾਣੀ ਸਰੀਰ ਕਰਕੇ ਸਾਧ ਰੂਪ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਹੋ ਜਾਣਾ ਕਰ, ਪਰਾਇਣ ਹੋ ਜਾਣਾ ਕਰ। ਅਰਪ ਸਾਧ ਕੋ ਆਪਣਾ ਜੀਓ, ਆਪਣੀ ਜਿੰਦ ਜਾਨ ਵੀ ਮਹਾਰਾਜ ਜੀ ਦੇ ਲੇਖੇ ਲਾ ਦੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਕਰ। ਸਾਧ ਕੀ ਧੂਰ ਕਰਹੁ ਇਸਨਾਨ। ਐ ਜੀਵ ਸਾਧੂ ਜਨਾਂ ਦੀ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰ, ਭਾਵ ਨਿਮਰਤਾ ਧਾਰਨ ਕਰ, ਹਿਰਦੇ ਦੀ ਗਰੀਬੀ ਧਾਰਨ ਕਰ ਲੈ। ਜਿਵੇਂ ਚਰਨ ਧੂੜੀ ਸਦਾ ਹੀ ਪੈਰਾਂ ਹੇਠ ਰਹਿੰਦੀ ਹੈ, ਇਵੇਂ ਮਹਾਰਾਜ ਕਹਿੰਦੇ ਨਿਮਰਤਾ ਧਾਰਨ ਕਰ। ਇੰਨੀ ਜ਼ਿਆਦਾ ਨਿਮਰਤਾ ਹਿਰਦੇ ਅੰਦਰ ਧਾਰਨ ਕਰ ਲੈ ਕਿ ਚਰਨ ਧੂੜ ਸਭ ਦੇ ਦਾਸਾਂ ਦਾ ਦਾਸ ਬਣ ਜਾਣਾ ਕਰ। ਸਾਧ ਉਪਰ ਜਾਈਐ ਕੁਰਬਾਨ। ਜਿਉਂ ਸਾਧੂ ਜਨਾਂ ਦੇ ਉੱਪਰੋਂ ਕੁਰਬਾਨ ਜਾਣਾ ਕਰ। ਸਾਧੂ ਰੂਪ ਮਹਾਰਾਜ ਸਾਹਿਬ ਜੀ ਤੋਂ ਕੁਰਬਾਨ ਜਾ, ਵਾਰਨੇ ਜਾ, ਜਿਨ੍ਹਾਂ ਸਤਿਗੁਰੂ ਜੀ ਨੇ ਤੇਰੇ ਹਿਰਦੇ ਅੰਦਰ ਨਿਮਰਤਾ ਬਖਸ਼ੀ ਹੈ। ਨਿਮਰਤਾ ਤੋਂ ਬਿਨਾਂ ਕਦੇ ਹਿਰਦੇ ਨੂੰ ਸਾਧ ਸੰਗਤ ਜੀ ਨਾਮ ਰੂਪ ਤੀਰਥ ਤੇ ਇਸ਼ਨਾਨ ਨਹੀਂ ਕਰਵਾਇਆ ਜਾ ਸਕਦਾ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਾਧ ਕੀ ਧੂਰ ਕਰੋ ਇਸ਼ਨਾਨ। ਜੇ ਹਿਰਦੇ ਦਾ ਇਸ਼ਨਾਨ ਕਰਾਉਣਾ ਨਾ, ਹਿਰਦੇ ਨੂੰ ਪਵਿੱਤਰ ਕਰਨਾ ਚਾਹੁੰਦਾ, ਇਹ ਜੀਵ ਨਿਮਰਤਾ ਨੂੰ ਧਾਰਨ ਕਰ। ਕਿਉਂਕਿ ਹਉਮੈ ਰੂਪੀ ਜਿਹੜੀ ਗੰਦਗੀ ਹੈ ਨਾ, ਇਹਦੇ ਕਰਕੇ ਮਹਾਰਾਜ ਕਹਿੰਦੇ ਵਿਕਾਰਾਂ ਦੀ ਗੰਦਗੀ ਜਿਹੜੀ ਸੁਭਾਵਿਕ ਹਿਰਦੇ ਨੂੰ ਆ ਕਰਕੇ ਅਪਵਿੱਤਰ ਕਰਦੀ ਰਹਿੰਦੀ ਹੈ। ਹਿਰਦਾ ਤਾਂ ਉਜਲ ਹੋਵੇਗਾ ਜੇ ਨਿਮਰਤਾ ਕੋਲ ਹੋਵੇਗੀ। ਮਹਾਰਾਜ ਸਾਹਿਬ ਜੀ ਦਾ ਨਾਮ ਤੇਰੇ ਹਿਰਦੇ ਵਿੱਚ ਆ ਕਰਕੇ ਨਿਵਾਸ ਕਰੇਗਾ। ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਜੇ ਹਉਮੈ ਹੋਵੇਗੀ ਉੱਥੇ ਵਾਹਿਗੁਰੂ ਦਾ ਨਾਮ ਨਹੀਂ ਵਸੇਗਾ, ਤੇ ਨਾਮ ਰੂਪ ਤੀਰਥ ਤੋਂ ਬਿਨਾਂ ਕਦੇ ਤੇਰਾ ਹਿਰਦਾ ਉਜਲ ਵੀ ਨਹੀਂ ਹੋਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਹੈ, ਇਹ ਪ੍ਰਾਣ ਧਾਰੇ ਜੀਵ ਸਾਧ ਉਪਰ ਜਾਈਐ ਕੁਰਬਾਨ। ਭਲੇ ਪੁਰਸ਼ਾਂ ਤੋਂ ਕੁਰਬਾਨ ਜਾਣਾ ਕਰ। ਸਾਧ ਸੇਵਾ ਵਡ ਭਾਗੀ ਪਾਈਐ। ਸਾਧੂ ਜਨਾਂ ਦੀ ਸੇਵਾ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਸਾਧ ਰੂਪ ਮਹਾਰਾਜ ਸਾਹਿਬ ਜੀ ਦੇ ਬਚਨ ਮੰਨਣ ਦੀ ਸੇਵਾ, ਗੁਰੂ ਚਰਨਾਂ ਦੀ ਸੇਵਾ ਪ੍ਰਾਪਤ ਹੋਣੀ ਵੀ ਵੱਡਿਆਂ ਭਾਗਾਂ ਤੋਂ ਬਿਨਾਂ ਨਹੀਂ ਨਸੀਬ ਹੁੰਦੀ। ਜੀਵ ਦੇ ਵੱਡੇ ਭਾਗ ਹੋਣ ਤਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਮਿਲਦੀ ਹੈ। ਸਾਧ ਸੰਗ ਹਰ ਕੀਰਤਨ ਗਾਈਐ। ਇਹ ਜੀਵ ਸਾਧੂ ਜਨਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਕੀਰਤਨ ਗਾਇਆ ਕਰ, ਪਰਮੇਸ਼ਰ ਦਾ ਜਸ ਗਾਇਆ ਕਰ। ਅਨੇਕ ਬਿਗਨ ਤੇ ਸਾਧੂ ਰਾਖੈ। ਅਨੇਕਾਂ ਹੀ ਵਿਘਨਾਂ ਤੋਂ ਸਾਧੂ ਬਚਾ ਲੈਂਦਾ ਹੈ। ਜ਼ਿੰਦਗੀ ਵਿੱਚ ਬੜੇ ਬੜੇ ਵਿਘਨ ਪੈਣ ਵਾਲੇ ਹੋਣ ਤੇ ਸਾਧੂ ਬਚਾ ਲੈਂਦਾ ਹੈ। ਕਿਉਂਕਿ ਜੋ ਸਾਧੂ ਜਨ ਹੁੰਦੇ ਉਹਨਾਂ ਨੂੰ ਆਉਣ ਵਾਲੇ ਭਵਿੱਖਤ ਕਾਲ ਦੀ ਅੰਤਰਜਾਮਤਾ ਹੁੰਦੀ, ਪਤਾ ਹੁੰਦਾ ਹੈ ਕਿ ਸਾਧ ਸੰਗਤ ਜੀ ਇਹ ਜੀਵ ਦਾ ਕਿਵੇਂ ਭਲਾ ਹੋਵੇਗਾ। ਭਲੇ ਪੁਰਸ਼ ਜਾਣਦੇ ਹੁੰਦੇ ਹੈ, ਕਿਉਂਕਿ ਸਭ ਦਾ ਭਲਾ ਕਰਦੇ ਹੈ। ਪਰ ਉਪਕਾਰੀ ਜਗ ਵਿੱਚ ਆਏ, ਉਹ ਪਰ ਉਪਕਾਰ ਕਰਨ ਵਾਸਤੇ ਜਗਤ ਵਿੱਚ ਪੈਦਾ ਹੁੰਦੇ ਹੈ। ਜੀਵਾਂ ਦਾ ਭਲਾ ਕਰਨ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਹਨ। ਜਿਵੇਂ ਇੱਕ ਬੜੀ ਪਿਆਰੀ ਕਥਾ ਹੈ ਸਾਧ ਸੰਗਤ ਜੀ। ਕੋਈ ਰਾਜਾ ਸੀ ਤੇ ਉਹਦਾ ਵਜ਼ੀਰ ਸ਼ਿਕਾਰ ਖੇਡਣ ਦੇ ਵਾਸਤੇ ਜਦੋਂ ਜੰਗਲ ਵਿੱਚ ਚੱਲੇ ਤੇ ਇੱਕ ਮਹਾਤਮਾ ਦੇ ਚਰਨਾਂ ਤੇ ਵਜ਼ੀਰ ਨੇ ਨਮਸਕਾਰ ਕੀਤੀ। ਤੇ ਰਾਜਾ ਬੜਾ ਹੈਰਾਨ ਹੋ ਕੇ ਕਹਿਣ ਲੱਗਾ, ਤੂੰ ਮੈਨੂੰ ਨਮਸਕਾਰ ਕਰਨੀ ਛੱਡ ਕੇ ਤੇ ਉਹ ਫਟੇ ਜੇ ਪੁਰਾਣੇ ਜੇ ਕੱਪੜੇ ਪਾਏ ਐ ਤੇ ਉਹਦੇ ਮਹਾਤਮਾ ਦੇ ਚਰਨਾਂ ਤੇ ਜਾ ਕੇ ਸੀਸ ਝੁਕਾਉਂਦਾ ਪਿਆ, ਇਹਦਾ ਕੀ ਕਾਰਨ ਹੈ? ਤੇ ਉਹ ਵਜ਼ੀਰ ਜਿਹੜਾ ਸੀ ਬੜਾ ਸਮਝਦਾਰ ਸੀ ਤੇ ਨਿਮਰਤਾ ਵਾਲਾ ਸੀ, ਭਾਵ ਭਗਤੀ ਵਾਲਾ ਸੀ। ਤੇ ਕਹਿੰਦਾ, ਰਾਜਾ ਜੇ ਮਹਾਤਮਾ ਸਤਿਪੁਰਸ਼ਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਤੇ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਜਿਹੜੇ ਵੱਡੇ ਵੱਡੇ ਵਿਘਨ ਉਹ ਵੀ ਟਲ ਜਾਂਦੇ ਹੈ। ਕਹਿੰਦਾ ਮੈਨੂੰ ਕਿਵੇਂ ਯਕੀਨ ਹੋਵੇ? ਤੇ ਉਹ ਗੱਲ ਛੱਡ ਕੇ ਫਿਰ ਸ਼ਿਕਾਰ ਖੇਡਣ ਵਾਸਤੇ ਚਲੇ ਗਏ। ਤੇ ਸਾਧ ਸੰਗਤ ਜੀ, ਰਾਤ ਦੇ ਸਮੇਂ ਸੁੱਤਿਆਂ ਹੋਇਆਂ ਜਿਹੜੀ ਰਾਜੇ ਦੀ ਪੁੱਤਰੀ ਸੀ ਨਾ, ਉਹ ਬਰੜਾ ਕੇ ਤੇ ਸੁਪਨੇ ਦੇ ਵਿੱਚ ਬਰੜਾ ਕਰਕੇ ਉਹ ਵਜ਼ੀਰ ਦੇ ਪੁੱਤਰ ਦੇ ਪਰਥਾਏ ਕੁਝ ਬੋਲਦੀ ਪਈ ਸੀ। ਤੇ ਰਾਣੀ ਨੂੰ ਸ਼ੱਕ ਪੈ ਗਿਆ ਕਿ ਮੇਰੀ ਜਿਹੜੀ ਧੀ ਹੈ, ਜੋ ਸਾਡੀ ਇੱਕ ਔਰ ਹੈ, ਇਹ ਸੁਪਨੇ ਵਿੱਚ ਬਰੜਾ ਕਰਕੇ ਦੱਸ ਰਹੀ ਹੈ, ਜ਼ਰੂਰ ਇਹ ਜਿਹੜਾ ਵਜ਼ੀਰ ਦਾ ਪੁੱਤਰ ਹੈ ਕੋਈ ਨਾ ਕੋਈ ਸਾਡੀ ਪੁੱਤਰੀ ਦੇ ਨਾਲ ਕੋਈ ਛੇੜਖਾਨੀ ਗਲਤ ਹਰਕਤ ਕਰਦਾ ਹੋਵੇਗਾ। ਤੇ ਉਹਨੇ ਰਾਜੇ ਦੇ ਕੰਨੀ ਗੱਲ ਪਾਈ ਤੇ ਕਿ ਰਾਜਾ ਇਸ ਤਰ੍ਹਾਂ ਗੱਲ ਹੈ। ਤੇ ਉਹਨੇ ਉਸੇ ਸਮੇਂ ਐਲਾਨ ਕਰ ਦਿੱਤਾ ਕਿ ਸਵੇਰ ਹੁੰਦਿਆਂ ਸਾਰੀ ਵਜ਼ੀਰ ਦਾ ਸਾਰਾ ਪਰਿਵਾਰ ਸਾਹਮਣੇ ਮੇਰੇ ਲਿਆ ਕਰਕੇ ਕਤਲ ਕਰ ਦਿੱਤਾ ਜਾਵੇ। ਤੇ ਸਾਧ ਸੰਗਤ ਜੀ, ਹਰ ਰੋਜ਼ ਦੀ ਤਰ੍ਹਾਂ ਉਹ ਜਿਹੜਾ ਵਜ਼ੀਰ ਸੀ ਮਹਾਤਮਾ ਦੇ ਚਰਨਾਂ ਤੇ ਨਮਸਕਾਰ ਕਰਨ ਜਾਇਆ ਕਰਦਾ ਸੀ। ਅੰਮ੍ਰਿਤ ਵੇਲੇ ਜਦੋਂ ਗਿਆ ਤੇ ਮਹਾਤਮਾ ਭਵਿੱਖਤ ਕਾਲ ਜਾਣਨ ਵਾਲੇ ਅੰਤਰਜਾਮੀ ਸੀ। ਤੇ ਕਹਿਣ ਲੱਗੇ, ਇਹ ਵਜ਼ੀਰ ਤੇ ਆਉਣ ਵਾਲੇ ਸਮੇਂ ਵਿੱਚ ਅੱਜ ਜਦੋਂ ਦਿਨ ਚੜ੍ਹਨਾ ਤੇਰੇ ਤੇ ਬੜੀ ਵੱਡੀ ਵਿਪਤਾ ਪੈਣੀ ਹੈ, ਬੜਾ ਵੱਡਾ ਵਿਘਨ ਪੈਣਾ ਤੇਰੀ ਜ਼ਿੰਦਗੀ ਦੇ ਵਿੱਚ। ਇਸ ਕਰਕੇ ਤੂੰ ਰਾਜੇ ਦੇ ਸਾਹਮਣੇ ਨਾ ਜਾਵੇਂ। ਉਹ ਮਹਾਤਮਾ ਨੇ ਆਉਣ ਵਾਲੇ ਸਮੇਂ ਦਾ ਭਲੇ ਦਾ ਵਚਨ ਕਰ ਦਿੱਤਾ। ਤੇ ਤੂੰ ਆਪਣਾ ਜਿਹੜਾ ਤੇਰਾ ਪੁੱਤਰ ਹੈ ਨਾ, ਉਹਨੂੰ ਸੰਦੂਕ ਦੇ ਵਿੱਚ ਬੰਦ ਕਰਕੇ ਤੇ ਜਿੱਥੇ ਤੋਸ਼ਾਖਾਨਾ ਰਾਜੇ ਦਾ ਉੱਥੇ ਭੇਜ ਦੇ। ਤੇ ਆਪ ਤੂੰ ਐਸੀ ਜਗ੍ਹਾ ਤੇ ਛੁਪ ਜਾ ਕਿ ਰਾਜੇ ਨੂੰ ਪਤਾ ਹੀ ਨਾ ਲੱਗੇ, ਪਰਿਵਾਰ ਦੇ ਸਹਿਤ ਸਾਰੇ ਮਿਲ ਕਰਕੇ। ਜਦੋਂ ਇਸੇ ਤਰ੍ਹਾਂ ਕੀਤਾ ਤੇ ਸਾਧ ਸੰਗਤ ਜੀ, ਸਭ ਥਾਵਾਂ ਤੇ ਪੱਤ ਪੱਤ ਫੋਲ ਮਾਰੇ ਆ, ਪਰ ਕਿਤੇ ਉਹ ਨਾ ਵਜ਼ੀਰ ਤੇ ਨਾ ਉਹਦਾ ਪਰਿਵਾਰ ਮਿਲਿਆ। ਤੇ ਫਿਰ ਜਦੋਂ ਸਾਧ ਸੰਗਤ ਜੀ ਅਗਲਾ ਦਿਨ ਹੋਇਆ ਤੇ ਰਾਜਾ ਕਹਿੰਦਾ ਆਪਣੀ ਰਾਣੀ ਨੂੰ, ਕਹਿੰਦਾ ਕਿ ਆਪਣੀ ਪੁੱਤਰੀ ਨੂੰ ਪੁੱਛਦਾ ਸੀ ਕਿ ਸੁਪਨੇ ਦੇ ਵਿੱਚ ਕੀ ਬੋਲਿਆ ਸੀ ਵਜ਼ੀਰ ਦੇ ਪੁੱਤਰ ਨੇ। ਤੇ ਜਦੋਂ ਉਹਨੂੰ ਪੁੱਛਿਆ, ਕਹਿਣ ਲੱਗੀ, ਮਾਤਾ
ਮੈਂ ਤਾਂ ਉਵੇਂ ਬਰੜਾ ਕੇ ਸੁਪਨੇ ਵਿੱਚ ਬੋਲਦੀ ਪਈ ਸੀ, ਮੈਨੂੰ ਤੇ ਕੋਈ ਗੱਲ ਦਾ ਪਤਾ ਨਹੀਂ ਹੈ। ਰਾਜਾ ਮੱਥੇ ਤੇ ਹੱਥ ਮਾਰ ਕੇ ਕਹਿੰਦਾ, ਉਹ ਬੜਾ ਵੱਡਾ ਮੇਰੇ ਤੋਂ ਪਾਪ ਕਰਮ ਹੋ ਜਾਣਾ ਸੀ। ਕਿੰਨੇ ਨਿਰਦਇਆ ਨਾਲ ਇਹਨਾਂ ਜੀਵਾਂ ਨੂੰ ਮਾਰ ਦੇਣਾ ਸੀ, ਇਹਨਾਂ ਨੂੰ ਬਲੀ ਚਾੜ ਦੇਣਾ ਸੀ, ਇਹਨਾਂ ਦੀ ਹੱਤਿਆ ਹੋ ਜਾਣੀ ਸੀਗੀ। ਇਸ ਪ੍ਰਕਾਰ ਤੇ ਫਿਰ ਸਭ ਥਾਵਾਂ ਤੇ ਡੋਂਡੀ ਪਟਵਾ ਦਿੱਤੀ ਕਿ ਵਜ਼ੀਰ ਜਿੱਥੇ ਵੀ ਹੋਵੇ ਪਰਿਵਾਰ ਸਹਿਤ ਮੇਰੇ ਸਾਹਮਣੇ ਆ ਜਾਵੇ, ਮੈਂ ਕੁਝ ਨਹੀਂ ਕਿਸੇ ਨੂੰ ਕਹਾਂਗਾ। ਅਗਲੇ ਦਿਨ ਵਜ਼ੀਰ ਪਰਿਵਾਰ ਦੇ ਸਹਿਤ ਸਾਹਮਣੇ ਆ ਗਿਆ ਤੇ ਫਿਰ ਕਹਿਣ ਲੱਗਾ, ਰਾਜਾ ਕਹਿੰਦਾ ਜੇ ਕੱਲ ਤੂੰ ਮਿਲ ਪੈਂਦਾ ਤੇਰੇ ਸਾਰੇ ਪਰਿਵਾਰ ਦੀ ਸਹਿਤ ਕਤਲ ਕਰ ਦੇਣਾ ਸੀ। ਤੇ ਕਹਿੰਦਾ ਤੇ ਕਿੱਥੇ ਛੁਪ ਗਿਆ ਸੀ? ਕਹਿੰਦੇ ਮੈਨੂੰ ਉਹ ਫਲਾਣੇ ਮਹਾਤਮਾ ਨੇ, ਉਹਨਾਂ ਨੇ ਮੈਨੂੰ ਆਉਣ ਵਾਲੀ ਸਮੇਂ ਦਾ ਬਚਨ ਕਰ ਦਿੱਤਾ ਸੀ ਮੇਰੇ ਭਲੇ ਵਾਸਤੇ। ਜਿਨ੍ਹਾਂ ਤੇ ਤੂੰ ਸ਼ੱਕ ਕੀਤਾ ਸੀ ਕਿ ਮੈਨੂੰ ਨਮਸਕਾਰ ਕਰਨੀ ਛੱਡ ਕੇ ਉਹ ਮਹਾਤਮਾ ਦੇ ਚਰਨਾਂ ਤੇ ਨਮਸਕਾਰ ਕਰਦਾ ਪਿਆ, ਦਾ ਕਾਰਨ ਕੀ ਹੈ? ਇਹ ਦੇਖ ਬੜਾ ਵੱਡਾ ਵਿਘਨ ਪੈਣਾ ਸੀ, ਜ਼ਿੰਦਗੀ ਤੋਂ ਹੱਥ ਧੋ ਲੈਣਾ ਸੀ ਸਾਰੇ ਪਰਿਵਾਰ ਨੇ, ਇਸ ਕਰਕੇ ਸਾਡਾ ਭਲਾ ਹੋ ਗਿਆ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਅਨੇਕ ਵਿਘਨ ਤੇ ਸਾਧੂ ਰਾਖੈ। ਅਨੇਕਾਂ ਵਿਘਨਾਂ ਤੋਂ ਆਉਣ ਵਾਲੀਆਂ ਔਕੜਾਂ ਤੋਂ, ਪੈਣ ਵਾਲੇ ਵਿਘਨਾਂ ਤੋਂ, ਕਸ਼ਟਾਂ ਤੋਂ ਸਾਧੂ ਬਚਾ ਲੈਂਦਾ ਹੈ, ਭਲਾ ਸੋਚਦਾ ਹੈ, ਜੋ ਵੀ ਬਚਨ ਕਰਦਾ। ਕਿਉਂਕਿ ਜੋ ਪੇਖ ਹੈ ਆਖੀ, ਮਹਾਰਾਜ ਕਹਿੰਦੇ ਸੋ ਬੋਲੇ ਜੋ ਪੇਖ ਹੈ ਆਖੀ। ਬੰਦਗੀ ਕਰਨ ਵਾਲੇ ਸਤਿਪੁਰਸ਼ ਉਹ ਬਚਨ ਕਰਦੇ ਹੈ ਜੋ ਕੁਝ ਉਹਨਾਂ ਨੇ ਦੇਖਿਆ ਹੁੰਦਾ, ਉਹ ਪਹਿਲਾਂ ਹੀ ਦੇਖ ਲੈਂਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਾਧੂ ਅਨੇਕਾਂ ਵਿਘਨਾਂ ਤੋਂ ਬਚਾ ਲੈਂਦਾ ਹੈ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਜੋ ਜੀਵ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਉਹ ਪ੍ਰਮਾਤਮਾ ਦੇ ਨਾਮ ਰਸ ਨੂੰ ਚੱਖ ਲੈਂਦਾ ਹੈ। ਦੁਨੀਆ ਦੇ ਰਸਾਂ ਤੋਂ ਉਪਰਾਮ ਹੋ ਕੇ ਵਾਹਿਗੁਰੂ ਦੇ ਪਰਮ ਰਸ ਨੂੰ ਚੱਖਦਾ ਹੈ। ਓਟ ਗਹੀ ਸੰਤਹ ਦਰ ਆਇਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਪੁਰਸ਼ਾਂ ਦੀ ਸੰਗਤ ਦੇ ਦਰ ਤੇ ਆ ਕੇ ਇੱਕ ਵਾਹਿਗੁਰੂ ਦੀ ਓਟ ਲਈ ਹੈ, ਇੱਕ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਤੱਕਿਆ ਹੈ। ਸਰਬ ਸੁਖ ਨਾਨਕ ਤਿਹ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਉਹਨਾਂ ਨੇ ਸਰਬ ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਪਾ ਲਿਆ, ਅਥਵਾ ਸਾਰੇ ਸੁੱਖ ਤਿਨਾਂ ਨੂੰ ਲੋਕ ਪਰਲੋਕ ਦੇ ਸੁੱਖ ਮਿਲ ਗਏ ਹੈ, ਜਿਨ੍ਹਾਂ ਨੇ ਮਹਾਰਾਜ ਦੀ ਸਤ ਸੰਗਤ ਦੇ ਦੁਆਰਾ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਗ੍ਰਹਿਣ ਕਰ ਲਿਆ ਹੈ। ਮੇਰੇ ਤੱਕ ਕਉ ਜੀਵਾਲਨ ਹਾਰ। ਪਰਮਾਤਮਾ ਮਰਿਆ ਹੋਇਆਂ ਨੂੰ ਜੀਵਾਲਣ ਵਾਲਾ ਹੈ, ਜਿਉਂਦੇ ਕਰਨ ਵਾਲਾ ਹੈ। ਸਤ ਸੰਗਤ ਜੀ ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਿੱਲੀ ਵਿੱਚ ਮੁਹਾਵਰ ਦਾ ਹਾਥੀ ਜਿਉਂਦਾ ਕੀਤਾ ਸੀ। ਫਿਰ ਜਿਸ ਬੱਚੇ ਦਾ ਨਾਮ ਲਾਲਾ ਸੀ, ਵਪਾਰੀ ਦਾ ਪੁੱਤਰ ਸੀ, ਮਹਾਰਾਜ ਸਾਹਿਬ ਜੀ ਨੇ ਉਹਨੂੰ ਮਰੇ ਹੋਏ ਨੂੰ ਆਵਾਜ਼ ਮਾਰ ਕੇ ਜਿਉਂਦਾ ਕਰ ਦਿੱਤਾ ਸੀ। ਤੀਸਰੇ ਸਰੂਪ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਜੋ ਇਕਲੌਤਾ ਪੁੱਤਰ ਮਾਤਾ ਦਾ ਚੜ੍ਹਾਈ ਕਰ ਗਿਆ ਸੀ, ਉਹਨੂੰ ਜਿਉਂਦਾ ਕਰ ਦਿੱਤਾ ਸੀ। ਤੇ ਇਹ ਬਚਨ ਕੀਤਾ ਸੀ, ਕਾਲ ਨੂੰ ਬੰਨ੍ਹ ਪਾ ਦਿੱਤਾ ਸੀ ਮਹਾਰਾਜ ਸਾਹਿਬ ਜੀ ਨੇ ਕਿ ਜਦੋਂ ਤੱਕ ਅਸੀਂ ਗੁਰਿਆਈ ਦੇ ਬੈਠੇ ਹਾਂ, ਬਿਰਾਜਮਾਨ ਹਾਂ, ਉਦੋਂ ਤੱਕ ਕੋਈ ਵੀ ਚੜ੍ਹਾਈ ਨਹੀਂ ਕਰੇਗਾ। ਮਨੁੱਖ ਤਾਂ ਕੀ ਪਸ਼ੂ ਪਰਿੰਦਾ ਵੀ ਕੋਈ ਸਾਧ ਸੰਗਤ ਜੀ ਮਰਿਆ ਨਹੀਂ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਮਿਰਤਕ ਕਉ ਜੀ ਵਾਲਨ ਹਾਰ। ਜਿਹੜਾ ਮਨ ਪ੍ਰਮਾਤਮਾ ਦੇ ਵੱਲੋਂ ਮਰਿਆ ਤੇ ਸੰਸਾਰ ਦੇ ਵੱਲ ਜਿਉਂਦਾ, ਜੇ ਵਾਹਿਗੁਰੂ ਕਿਰਪਾ ਕਰਦੇ ਵੀ ਸੰਸਾਰ ਦੇ ਵੱਲੋਂ ਮਰ ਕੇ ਤੇ ਪ੍ਰਮਾਤਮਾ ਦੇ ਵੱਲ ਜੀਵਿਤ ਹੋ ਜਾਂਦਾ ਹੈ। ਸੰਸਾਰ ਦੇ ਵੱਲੋਂ ਮਰ ਜਾਂਦਾ ਤੇ ਕੋਈ ਕਿਸੇ ਨਾਲ ਤਲੂਕ ਨੇ ਹਿਰਦੇ ਕਰਕੇ ਮੋਹ ਮਮਤਾ ਨਹੀਂ, ਤੇ ਪ੍ਰਮਾਤਮਾ ਦੇ ਨਾਲ ਜਿਉ ਪੈਂਦਾ, ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ। ਭੂਖੇ ਕਉ ਦੇਵਤ ਆਧਾਰ। ਜਿਹੜੇ ਸੰਸਾਰ ਦੇ ਅਨਾਥ ਲੋੜਵੰਦ ਕੋਈ ਭੁੱਖੇ ਹੈ, ਮਹਾਰਾਜ ਕਹਿੰਦੇ ਤਿਨਾਂ ਨੂੰ ਵੀ ਪ੍ਰਮਾਤਮਾ ਆਸਰਾ ਦਿੰਦਾ ਹੈ। ਭੂਖੇ ਕਉ ਦੇਵਤ ਆਧਾਰ। ਸਾਰੀ ਸ੍ਰਿਸ਼ਟੀ ਦਾ ਆਸਰਾ ਕੌਣ ਹੈ? ਪ੍ਰਮਾਤਮਾ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਲੰਗਰ ਦੀ ਪ੍ਰਥਾ ਨੂੰ ਚਲਾਇਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੱਜ ਵੀ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਵਿੱਚ ਕਿਸੇ ਗੱਲੋਂ ਕੋਈ ਘਾਟ ਨਹੀਂ ਹੈ। ਜਿਸ ਅਸਥਾਨ ਤੇ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਜੁੜੇ ਹਾਂ, ਇਹਦਾ ਨਾਮ ਹੀ ਲੰਗਰ ਸਾਹਿਬ ਪਾਵਨ ਅਸਥਾਨ ਹੈ। ਜੋ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਲੰਗਰ ਅਸਥਾਨ ਹੈ। ਇਹ ਪ੍ਰਾਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਪ ਅਸਥਾਨ ਹੈ। ਗਰੀਬ ਨਵਾਜ
ਸਤਿਗੁਰੂ ਜੀ ਕਹਿੰਦੇ ਭੁੱਖਿਆਂ ਨੂੰ ਵੀ ਆਸਰਾ ਦੇਣ ਵਾਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ। ਐਸੀ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਸਾਧ ਸੰਗਤ ਜੀ, ਜੋ ਸਮਾਂ ਜਿੱਦਾਂ ਦਾ ਚੱਲ ਰਿਹਾ ਨਾ, ਜਿਵੇਂ ਆ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਸੰਸਾਰ ਭਰ ਦੇ ਲੋਕ ਪੀੜਤ ਹੋ ਗਏ, ਦੁਖੀ ਹੋ ਗਏ ਸਨ। ਇੰਨਾ ਜ਼ਿਆਦਾ ਸਾਧ ਸੰਗਤ ਲਾਚਾਰ ਹੋ ਕਰਕੇ ਜੋ ਪੇਟ ਭਰਨ ਦੇ ਵਾਸਤੇ ਵੀ ਕਈਆਂ ਕੋਲ ਸਾਧ ਸੰਗਤ ਜੀ ਅਨਾਜ, ਕੋਈ ਭੋਜਨ, ਕੋਈ ਪ੍ਰਸ਼ਾਦਾ ਨਹੀਂ ਸਨ ਮਿਲਦੇ ਪਏ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਕੱਲਾ ਹਿੰਦੁਸਤਾਨ, ਇੱਥੇ ਭਾਰਤ ਦੇ ਵਿੱਚ ਨਹੀਂ, ਹੋਰ ਵੀ ਸਾਧ ਸੰਗਤ ਜੀ ਵਿਦੇਸ਼ਾਂ ਦੇ ਵਿੱਚ, ਫੋਰਨ ਕੰਟਰੀਆਂ ਦੇ ਵਿੱਚ ਵੀ ਜਿਹੜੇ ਲੋੜਵੰਦ ਸਨ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਪਹੁੰਚਾਇਆ ਗਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਸਭ ਦਾ ਭਲਾ ਕਰਨਾ ਇਹ ਮਹਾਰਾਜ ਸੱਚੇ ਪਾਤਸ਼ਾਹੀ ਦੇ ਘਰ ਦੀ ਮਰਜ਼ਾਦਾ ਹੈ। ਇਹ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਬਿਰਦ ਹੈ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ। ਹਜੂਰ ਕਹਿੰਦੇ ਜਿਸ ਪਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਸਾਰੇ ਖਜ਼ਾਨੇ ਹਨ, ਜਿਸ ਜੀਵ ਤੇ ਉਹ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਵੇ, ਮਹਾਰਾਜ ਕਹਿੰਦੇ ਸਾਰੇ ਖਜ਼ਾਨੇ ਉਹਦੀ ਝੋਲੀ ਵਿੱਚ ਪੈ ਜਾਂਦੇ ਹੈ। ਨਾਮ ਦਾ ਸ਼੍ਰੋਮਣੀ ਖਜ਼ਾਨਾ ਵੀ ਉਹ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਪੁਰਬ ਲਿਖੇ ਕਾ ਲਹਿਣਾ ਪਾਹੇ। ਪਰ ਇਹ ਜੀਵ ਪੂਰਬਲੀ ਲਿਖੀ ਹੋਈ ਲਿਖਤ ਅਨੁਸਾਰ ਹੀ ਪ੍ਰਾਪਤ ਕਰਨਾ ਕਰਦਾ ਹੈ। ਜੇ ਪੂਰਬਲੀ ਨਿਸ਼ਕਾਮ ਕਰਮ ਜੀਵ ਨੇ ਕਮਾਏ ਹੈ, ਤਿਨਾਂ ਦੀ ਲਿਖਤ ਅਨੁਸਾਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਰੂਪੀ ਖਜ਼ਾਨਾ ਪਾ ਲੈਂਦਾ ਹੈ। ਸਭ ਕਿਛ ਤਿਸ ਕਾ ਉਹ ਕਰਨਾ ਜੋਗ। ਸਭ ਕੁਝ ਵਾਹਿਗੁਰੂ ਦਾ ਪੈਦਾ ਕੀਤਾ ਹੈ, ਸਭ ਕੁਝ ਕਰਨ ਯੋਗ ਉਹ ਪ੍ਰਮਾਤਮਾ ਹੈ, ਕਰਨਹਾਰਾ ਉਹ ਸਮਰੱਥ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ। ਉਸ ਪਰਮੇਸ਼ਰ ਤੋਂ ਬਿਨਾ ਨਾ ਕੋ ਪਹਿਲਾਂ ਕਰਨ ਵਾਲਾ ਸੀ, ਨਾ ਹੁਣ ਤੇ ਨਾ ਹੋ ਆਉਣ ਵਾਲੇ ਸਮੇਂ ਵਿੱਚ ਕਰਨ ਵਾਲਾ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰਹਿਣੀ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦੇ ਜਨ ਬਣ ਕੇ ਰਾਤ ਵੀ ਦਿਨੇ ਵੀ ਪਰਮੇਸ਼ਰ ਦਾ ਜਾਪ ਕਰਦੇ ਹਨ। ਸਭ ਤੇ ਊਚ ਨਿਰਮਲ ਇਹ ਕਰਨੀ। ਜਾਣੋ ਕਿ ਉਹਨਾਂ ਦੀ ਸਭ ਤੋਂ ਉੱਚੀ ਤੇ ਉਜਲ ਕਰਨੀ ਹੈ, ਉਜਲ ਕਮਾਈ ਹੈ। ਰਾਤ ਵੀ ਦਿਨੇ ਵੀ ਜੋ ਪ੍ਰਮਾਤਮਾ ਦਾ ਚਿੰਤਨ ਕਰਦੇ, ਹੈ ਮਨਾ ਰਾਤ ਦਿਨ 8 ਪਹਿਰ ਰੱਬ ਨੂੰ ਚੇਤੇ ਕਰਿਆ ਕਰ। ਇਹ ਸਭ ਤੋਂ ਉਜਲ ਕਰਨੀ ਹੈ, ਸਭ ਤੋਂ ਉੱਤਮ ਇਹ ਕਮਾਈ ਹੈ ਜੀਵਨ ਦੀ। ਕਰ ਕਿਰਪਾ ਜਿਸ ਕਾ ਨਾਮ ਦੀਆ। ਹਜੂਰ ਕਹਿੰਦੇ ਹਨ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਖਸ਼ਿਆ ਹੈ। ਨਾਨਕ ਸੋ ਜਨ ਨਿਰਮਲ ਥੀਆ। ਉਹ ਵਾਹਿਗੁਰੂ ਦਾ ਪਿਆਰਾ ਜਨ ਉਜਲ ਹੋ ਗਿਆ ਹੈ ਹਿਰਦੇ ਕਰਕੇ। ਲੋਕ ਪਰਲੋਕ ਵਿੱਚ ਉਸ ਦੀ ਪਵਿੱਤਰਤਾ ਹੋ ਗਈ ਹੈ। ਜਾ ਕੈ ਮਨ ਗੁਰ ਕੀ ਪ੍ਰਤੀਤ। ਸਤਿਗੁਰੂ ਜੀ ਫਰਮਾਉਂਦੇ ਹਨ ਜਿਸ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਭਰੋਸਾ ਹੈ, ਪ੍ਰਤੀਤ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪੂਰਨ ਵਿਸ਼ਵਾਸ ਹੈ, ਸਤਿਗੁਰੂ ਜੀ ਦੇ ਚਰਨਾਂ ਤੇ ਜਿਨ੍ਹਾਂ ਨੂੰ ਪਰਪੱਕ ਭਰੋਸਾ ਹੈ, ਤਿਸ ਜਨ ਆਵੈ ਹਰ ਪ੍ਰਭ ਚੀਤ। ਤਿਨਾਂ ਵਾਹਿਗੁਰੂ ਦੇ ਪਿਆਰੇ ਜਨਾਂ ਨੂੰ ਹਰ ਸਮੇਂ ਪਰਮਾਤਮਾ ਚੇਤੇ ਆਉਂਦਾ ਹੈ। ਜਿਨ੍ਹਾਂ ਨੂੰ ਪੂਰਨ ਵਿਸ਼ਵਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਹੈ, ਹਰ ਸਮੇਂ ਪਰਮਾਤਮਾ ਦੇ ਚਿੰਤਨ ਕਰਦੇ ਹਨ। ਭਗਤ ਭਗਤ ਸੁਨੀਐ ਤਿਹ ਲੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਤਿਨਾਂ ਨੂੰ ਭਗਤ ਕਰਕੇ ਸੰਸਾਰ ਦੇ ਵਿੱਚ ਸੁਣਿਆ ਜਾਂਦਾ ਹੈ। ਸੰਸਾਰ ਦੇ ਲੋਕ ਤਿਨਾਂ ਨੂੰ ਕਹਿੰਦੇ ਪ੍ਰਮਾਤਮਾ ਦੇ ਭਗਤ ਹਨ, ਭਗਤ ਹਨ, ਜਿਨ੍ਹਾਂ ਨੇ ਪ੍ਰੇਮਾ ਭਗਤੀ ਜੀਵਨ ਦੇ ਵਿੱਚ ਧਾਰਨ ਕੀਤੀ ਹੈ। ਕੇਵਲ ਵਾਹਿਗੁਰੂ ਦੀ ਭਗਤੀ ਦੇ ਨਾਲ ਹੀ ਤਿਨਾਂ ਨੂੰ ਪਿਆਰ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ। ਭਾਵੇਂ ਇਸ ਰਸਤੇ ਤੇ ਚੱਲਣਾ ਬੜਾ ਔਖਾ ਹੈ, ਪਰ ਭਗਤ ਜਨਾਂ ਨੇ ਇਹ ਰਸਤੇ ਨੂੰ ਧਾਰਨ ਕੀਤਾ ਹੈ। ਤੁਰੋਂ ਹੀ ਪਰਮਾਤਮਾ ਨੇ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਸੰਸਾਰ ਦੇ ਅੰਦਰ ਭਗਤ ਕਰਕੇ ਜਾਣੇ ਜਾਂਦੇ ਹੈ। ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਦਾ ਪ੍ਰਤਾਪ ਜਾਣਿਆ ਹੈ। ਜਾ ਕੈ ਹਿਰਦੈ ਏਕੋ ਹੋਏ। ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਇੱਕ ਪਰਮਾਤਮਾ, ਜਿਨ੍ਹਾਂ ਨੇ ਵਾਹਿਗੁਰੂ ਦੇ ਹੋ ਜਾਣਾ ਕੀਤਾ, ਹਿਰਦੇ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਹੋ ਜਾਣਾ ਕੀਤਾ,
ਉਹਨਾਂ ਹਿਰਦੇ ਵਿੱਚ ਕੇਵਲ ਇੱਕ ਪਰਮਾਤਮਾ ਦੀ ਜ਼ਾਤ ਰਹਿੰਦੀ ਹੈ। ਸਚ ਕਰਨੀ ਸਚ ਤਾ ਕੀ ਰਹਿਤ। ਸਤਿਗੁਰੂ ਜੀ ਫਰਮਾਉਂਦੇ ਉਹਨਾਂ ਦੀ ਕਰਨੀ ਕਿਰਤ ਵੀ ਸੱਚੀ ਹੈ, ਸਫਲੀ ਹੈ। ਸੱਚ ਕਰਨੀ ਸੱਚ ਤਾ ਕੀ ਰਹਿਤ, ਜੋ ਉਹਨਾਂ ਦੀ ਮਰਜ਼ਾਦਾ ਹੈ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਮਰਜ਼ਾਦਾ ਉਹ ਵੀ ਸੱਚੀ ਹੈ, ਪਖੰਡਪਾਤ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਮਹਾਰਾਜ ਕਹਿੰਦੇ ਉਹਨਾਂ ਦੀ ਕੀਤੀ ਹੋਈ ਕਿਰਤ ਵੀ ਮਰਜ਼ਾਦਾ ਵੀ ਸਭ ਸਫਲੀ ਹੈ। ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਸੱਚੀ ਹੈ। ਸਚ ਹਿਰਦੈ ਸਤ ਮੁਖ ਕਹਿਤ। ਉਹਨਾਂ ਦਾ ਹਿਰਦਾ ਵੀ ਸੱਚਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਜਪਦੇ ਹਨ ਕਿ ਪ੍ਰਮਾਤਮਾ ਸਦੀਵੀ ਕਾਲ ਵਾਸਤੇ ਸੱਚ ਹੈ। ਸਾਚੀ ਦ੍ਰਿਸ਼ਟ ਸਾਚਾ ਆਕਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੀ ਦ੍ਰਿਸ਼ਟੀ ਦੇਖਣੀ ਵੀ ਸੱਚੀ ਹੈ ਔਰ ਸਾਰਾ ਸ੍ਰਿਸ਼ਟੀ ਦਾ ਆਕਾਰ ਵੀ ਉਹ ਸੱਚਾ ਹੀ ਦੇਖਦੇ ਹੈ ਕਿ ਸੱਚਾ ਪਰਮਾਤਮਾ ਹੀ ਹੈ। ਜੋ ਦਿਸੈ ਸੋ ਤੇਰਾ ਰੂਪ, ਇਉਂ ਜੋ ਕੁਝ ਵੀ ਨਜ਼ਰ ਆਉਂਦਾ ਤੇ ਇਹਨਾਂ ਨੂੰ ਪਰਮਾਤਮਾ ਸੱਚਾ ਹੀ ਦਿਸਦਾ ਹੈ। ਸਚ ਵਰਤੈ ਸਾਚਾ ਪਾਸਾਰ। ਕਿ ਜਿੰਨਾ ਵੀ ਪਸਾਰਾ ਇਹ ਸੱਚੇ ਪਰਮਾਤਮਾ ਦਾ ਹੈ ਤੇ ਸੱਚਾ ਪਰਮਾਤਮਾ ਆਪ ਹੀ ਸਾਰੇ ਪਸਾਰੇ ਵਿੱਚ ਵਰਤ ਰਿਹਾ ਹੈ। ਐਸੀ ਉਹਨਾਂ ਬ੍ਰਹਮ ਬੇਤਿਆਂ ਭਗਤ ਜਨਾਂ ਦੀ ਦ੍ਰਿਸ਼ਟੀ ਵੀ ਸਭ ਕੁਝ ਸੱਚਾ ਹੀ ਦਿਸਦਾ ਹੈ। ਪਾਰ ਬ੍ਰਹਮ ਜਿਨ ਸਚ ਕਰ ਜਾਤਾ। ਹਜੂਰ ਆਖ ਰਹੇ ਹੈ ਜਿਨ੍ਹਾਂ ਨੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸਰੂਪ ਵਾਹਿਗੁਰੂ ਨੂੰ ਸਦੀਵੀ ਕਾਲ ਦੀ ਸੱਚਾ ਜਾਣਦਿਆ ਹੈ। ਨਿਸ਼ਚੈ ਕਰਕੇ ਜਾਣਦਿਆ ਕਿ ਮਹਾਰਾਜ ਆਪ ਵੀ ਸਦੀਵੀ ਕਾਲ ਦੇ ਸੱਚੇ ਹੋ। ਸਭ ਕੁਝ ਮਹਾਰਾਜ ਨਾਸ਼ਵਾਨ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਸਭ ਕੁਝ ਬਿਨਸਨਹਾਰਾ ਹੈ। हे ਮਹਾਰਾਜ ਜੀ ਆਪ ਹੀ ਸਦੀਵੀ ਕਾਲ ਵਾਸਤੇ ਸੱਚੇ ਹੋ। ਨਾਨਕ ਸੋ ਜਨ ਸੱਚ ਸਮਾਤਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ ਉਹ ਵਾਹਿਗੁਰੂ ਦੇ ਸੱਚੇ ਸਰੂਪ ਦੇ ਵੀ ਸਮਾ ਗਏ ਹਨ। ਤਿੰਨਾਂ ਦਾ ਪਰਮਾਤਮਾ ਦੇ ਵਿੱਚ ਸਮਾਵਣਾ ਹੋ ਗਿਆ, ਪਰਮੇਸ਼ਰ ਵਿੱਚ ਅਭੇਦ ਹੋ ਗਏ ਆ। ਜਿਨ੍ਹਾਂ ਨੇ ਸੱਚ ਸਰੂਪ ਨੂੰ ਨਿਸ਼ਚੈ ਕਰਕੇ ਜਾਣਿਆ ਹੈ, ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਪਾਰ ਬ੍ਰਹਮ ਜਿਨ ਸਚ ਕਰ ਜਾਤਾ। ਨਾਨਕ ਸੋ ਜਨ ਸਚ ਸਮਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।